अस्सलाम वालेकुम। प्रोग्राम तफ्तीशी के साथ मैं हूं सलमान कुरैशी। नाजरीन, आज बात करेंगे राजा जंग में कत्ल होने वाले अमीन के बारे में, जिसे महज 5,000 रुपए की खातिर दोस्त ने ही गोलियां मार के मौत के घाट उतार दिया। असल में वजूहात क्या थी, क्या अना थी, क्या झगड़ा था कि जिसकी वजह से रमजान उर्फ जानी ने अमीन को फायरिंग करके कत्ल कर दिया। ये तफसीलात जानने के लिए सबसे पहले रुख करते हैं उस सफाक मुलजिम रमजान उर्फ जानी की जानिब और उसी की जुबानी जानते हैं ये कत्ल की कहानी। की करना है बाइक का काम कर रहे मोटरसाइकिल का काम कदों तो कर रहे हैं? हो गए ने 10-12 साल हो गए। कितने रहंदे हो? रामथमन हैं? रामथमन रामता महल हाँ जी। कदों दे? रामथमन कदों दे रह रहे हो? ਇੱਥੇ ਹੋ ਗਏ ਸਾਨੂੰ 20 ਸਾਲ ਹੋ ਗਏ ਨੇ। 20 साल हो गए। मेरे अल वेख के गल करनी। अच्छा, ਤੇ ਕਦੋਂ ਦੋਸਤ ਬਣਿਆ ਹੈ ਅਮੀਨ? ਇੱਕ 1.5 ਸਾਲ ਪੁਰਾਣਾ ਦੋਸਤ ਸੀਗਾ। ਵੈਸੇ ਕਿੰਜ ਬਣਿਆ? ਮੇਰਾ ਦੋਸਤ ਨਹੀਂ ਸੀ, ਇਹ ਦੁਕਾਨ ਤੇ ਕੰਮ ਕਰਵਾਉਣ ਆਉਂਦਾ ਸੀ ਨਾ ਮੋਟਰਸਾਈਕਲਾਂ ਦਾ। ਅੱਛਾ, ਤਾਂ ਬਹਿ ਕੇ ਗੱਪਸ਼ਪ ਮਾਰ ਲੈਂਦੇ। ਮਕਸਦ ਹੈ ਕਿ ਕੰਮ ਕਰ ਜਿੰਨੇ ਤੱਕ ਕੰਮ ਕਰਦਾ ਰਹਿੰਦਾ ਸੀ ਉਨੇ ਤੱਕ ਗੱਪਸ਼ਪ ਲਾਉਂਦੇ ਬਾਅਦ ਚਲੇ ਜਾਂਦਾ ਸੀ। ਅੱਛਾ ਠੀਕ ਹੈ। ਤੇ 1.5 ਸਾਲ ਪਹਿਲੇ ਕਦ ਮੋਟਰਸਾਈਕਲ ਠੀਕ ਕਰਾਉਣ ਆਇਆ ਸੀ? ਨਹੀਂ, ਮਕਸਦ 1.5 ਸਾਲ ਪੁਰਾਣੇ ਉਦੋਂ ਤਾਂ ਮੋਟਰਸਾਈਕਲ ਸਹੀ ਕਰਵਾ ਰਿਹਾ ਮੇਰੇ ਕੋਲ। ਪਹਿਲੇ ਕਿਸੇ ਹੋਰ ਕੋ ਕੰਮ ਕਰਵਾਉਂਦਾ ਸੀ। ਅੱਛਾ, ਫਿਰ ਮੇਰੇ ਕੋਲ ਕਰਵਾਉਣ ਲੱਗ ਪਿਆ। ਅੱਛਾ, ਵੱਡਾ ਭਾਈ ਵੀ ਮਕੈਨਿਕ ਹੈ ਨਾ ਮੇਰਾ। ਕਿੰਨੇ ਭੈਣ ਭਰਾ ਹੋ ਤੁਸੀਂ? ਅਸੀਂ 5 ਭਾਈ ਹਾਂ। ਕਿੰਨਵੇਂ ਨੰਬਰ 2 ਤੇ? ਭੈਣਾਂ। ਮੈਂ ਹੈਗਾ ਤੀਸਰੇ ਨੰਬਰ ਚੌਥੇ ਨੰਬਰ ਤੇ। ਸਹੀ ਹੈ। ਤੇ ਮੋਟਰਸਾਈਕਲਾਂ ਦੀ ਦੁਕਾਨ ਹੈ ਤੇਰੀ? ਹਾਂਜੀ। ਕਿੰਨੇ ਸਾਲਾਂ ਤੋਂ? 10-12 ਸਾਲਾਂ ਤੋਂ। ਠੀਕ ਹੈ। ਫਿਰ ਆਇਆ 1.5 ਸਾਲ ਪਹਿਲੇ ਕੰਮ ਕਰਾਉਣ? ਹਾਂਜੀ, ਮੈਂ ਪਹਿਲੇ ਹੋਰ ਕਿਸੇ ਕੋ ਕਰਵਾਉਂਦਾ ਸੀ ਤੇ ਗੱਪਸ਼ਪ ਮਕਸਦ ਹੋਣ ਲੱਗ ਪਈ ਸਾਡੀ। ਤੇ ਫਿਰ ਮੇਰੇ ਵੱਲ ਕੋਈ ਕੰਮ ਕਰਵਾਉਣ ਲੱਗ ਪਿਆ ਫਿਰ। ਠੀਕ ਹੈ। ਹਾਂਜੀ। ਫਿਰ ਕੀ ਆਸਤਾ ਕੀ ਦੋਸਤੀ? ਸਰ ਨਾ ਗੱਲ ਹੋਈ ਸੀ ਕਿ ਬੱਚੇ ਤੋਂ ਗੱਲ ਸ਼ੁਰੂ ਹੋਈ ਸੀ ਸਾਡੀ। ਮੈਂ 1,10,000 ਰੁਪਏ ਦਾ ਬੱਚਾ ਖਰੀਦਿਆ ਸੀ ਇਹਦੇ ਕੋਲੋਂ ਕੁਰਬਾਨੀ ਵਾਸਤੇ, ਤੇ ਈਦ ਤੋਂ 16 ਦਿਨ ਪਹਿਲੇ ਮੈਨੂੰ 5,000 ਰੁਪਏ ਸਾਈ ਦਿੱਤੀ ਸੀ। ਤੂੰ 1,10,000 ਦਾ ਬੱਚਾ ਖਰੀਦਿਆ ਸੀ? ਠੀਕ ਹੈ। ਉਸ ਤੋਂ ਬਾਅਦ ਨਾ ਚੰਨ ਚੜਨ ਤੋਂ ਇੱਕ ਦਿਨ ਪਹਿਲੇ ਭਾਈ ਗਏ ਨੇ ਮੇਰੇ 10,000 ਰੁਪਏ ਲੈ ਕੇ। ਉਸ 5,000 ਰੁਪਏ ਮੇਰੇ ਕੋਲ ਸਾਈ ਲੈ ਲਈ, ਤੇ ਚੰਨ ਚੜਨ ਤੋਂ ਇੱਕ ਦਿਨ ਪਹਿਲੇ 10,000 ਰੁਪਏ ਸਾਈ ਕੀ? ਸਾਈ ਬਿਆਨਾ ਲੈ ਲਿਆ। ਠੀਕ ਹੈ। ਤੇ 10,000 ਰੁਪਏ ਭਾਈ ਮੇਰੇ ਲੈ ਕੇ ਗਏ ਨੇ ਦੋਨੇ। ਉਹਦਾ ਭਾਈ ਨਦੀਮ ਸੀ ਤੇ ਅਮੀਨ ਸੀ, ਦੋਨੇ ਜਾਣੇ। ਤੇ ਉਹਨਾਂ ਨੂੰ 10,000 ਰੁਪਏ ਫੜਾਇਆ ਅਮੀਨ ਨੂੰ, ਤੇ ਨਦੀਮ ਭਾਈ ਨੇ ਕਿਹਾ ਵੀ ਤੂੰ 10,000 ਰੁਪਏ ਲੈ ਆ ਤੇ ਕੱਲ ਨੂੰ ਪੂਰੇ ਪੈਸੇ ਲਾਈ ਤੇ ਬੱਚਾ ਲੈ ਆਈ। ਅਮੀਨ ਨੇ ਕਿਹਾ? ਨਹੀਂ, ਨਦੀਮ ਨੇ ਕਿਹਾ ਤੇ ਅਮੀਨ ਨੇ ਵੀ ਕਿਹਾ। ਮੈਂ ਕਿਹਾ ਕੱਲ ਨੂੰ। ਨਦੀਮ ਭਰਾ ਹੈ ਅਮੀਨ ਦਾ? ਅਮੀਨ ਦਾ ਭਰਾ। ਉਹਨਾਂ ਕਿਹਾ ਠੀਕ ਹੈ, ਜੋ ਭਾਈ ਨੇ ਕਿਹਾ ਤਾਂ ਠੀਕ। ਕਿੰਨੇ ਪੈਸੇ ਲੈ ਆਈ? ਮਕਸਦ ਹੈ ਕਿ 1,10,000 ਰੁਪਏ ਦਾ ਮੁੱਕਿਆ ਸੀ ਨਾ, ਤੇ 1,05,000 ਰੁਪਏ ਲੈ ਕੇ ਜਾਣਾ ਸੀ ਹੋਰ। ਅੱਛਾ। ਹਾਂਜੀ। ਤੇ ਪਹਿਲੇ 10,000 ਰੁਪਏ ਫੜਾਇਆ ਉਹਨਾਂ ਨੇ, ਕਿਹਾ 15,000 ਰੁਪਏ ਫੜ ਲਓ, ਬਾਕੀ ਤੁਹਾਨੂੰ ਸਵੇਰ ਅਸੀਂ ਦੇ ਜਾਾਂਗੇ ਤੇ ਬੱਚਾ ਲੈ ਜਾਾਂਗੇ। 1,5 ਰਹਿ ਗਿਆ ਬਾਕੀ? 5 ਰਹਿ ਗਿਆ। ਠੀਕ ਹੈ। 15,000 ਤੇਰੇ ਭਰਾ ਨੇ ਦਿੱਤਾ, 10,5 ਤੂੰ ਦਿੱਤਾ? 5 ਮੈਂ ਦਿੱਤਾ, 10 ਭਾਈ ਨੇ ਦਿਆ। ਕਦੋਂ ਦਿੱਤਾ? ਕਦੋਂ ਤੋਂ 16 ਦਿਨ ਪਹਿਲੇ ਦਿੱਤਾ ਸੀ। ਅੱਛਾ। 10,000 ਰੁਪਏ ਭਾਈ ਲੈ ਕੇ। ਭਾਈ ਨੇ ਕਿੰਨੇ ਦਿਨ ਪਹਿਲੇ ਦਿੱਤਾ? ਭਾਈ ਨੇ ਚੰਨ ਚੜਨ ਤੋਂ ਇੱਕ ਦਿਨ ਪਹਿਲੇ ਦੇਣ ਗਏ ਨੇ, ਉਹਨਾਂ ਨਹੀਂ ਲਏ। ਉਹਨਾਂ ਨੇ ਆਖਿਆ ਵੀ ਤੁਹਾਡੀ ਤਰਫੋਂ ਬੱਚਾ। ਤੇਰੇ 16 ਦਿਨ ਤੇ ਭਾਈ ਦੇ ਕਿੰਨੇ ਦਿਨ? ਭਾਈ ਦੇ ਮਕਸਦ ਗੱਲ ਹੋ ਗਈ ਸੀ ਸਾਡੀ ਨਾ ਬੱਚੇ ਦੀ, ਤੇ 5,000 ਰੁਪਏ ਮੇਰੇ ਕੋਲ ਲੈ ਲਿਆ। ਤੇ ਉਹਨੇ ਆਖਿਆ ਚੰਨ ਚੜਨ ਤੋਂ ਇੱਕ ਦਿਨ ਪਹਿਲੇ ਵੀ ਬੱਚਾ, ਚੰਨ ਚੜਨ ਤੋਂ ਬਾਅਦ ਖੋਲਣਾ ਸੀ ਅਸੀਂ, ਤੇ ਪੈਸੇ ਪਹਿਲੇ ਦਿਨ ਗਏ ਨੇ। ਚੰਨ ਚੜਨ ਤੋਂ ਪਹਿਲੇ 10,000 ਰੁਪਏ ਲੈ ਕੇ ਗਏ ਨੇ। ਉਹਨਾਂ ਨੇ ਕਿਹਾ ਬਾਕੀ ਜਿੱਦਣ ਚੰਨ ਚੜਨ ਤੋਂ ਬਾਅਦ ਅਸੀਂ ਬੱਚਾ ਖੋਲਾਂਗੇ ਤੇ ਬਾਕੀ ਪੈਸੇ ਉਦੋਂ ਦੇ ਦਾਂਗੇ। ਮਤਲਬ ਲੈ ਲਾਂਗੇ ਇਹ ਬੱਚਾ ਤੁਹਾਡੇ ਕੋਲੋਂ ਆਪਣੇ ਘਰ ਲੈ ਜਾਾਂਗੇ? ਆਪਣੇ ਘਰ ਲੈ ਜਾਾਂਗੇ। ਤੇਰੇ ਭਰਾ ਦਾ ਕੀ ਨਾਮ ਹੈ? ਮੇਰੇ ਭਾਈ ਦਾ ਨਾਮ ਜ਼ੁਬੈਰ ਹੈ ਤੇ ਦੂਸਰੇ ਦਾ ਨਾਮ ਅਰਸ਼ਦ ਹੈ। ਜ਼ੁਬੈਰ। ਠੀਕ ਹੈ। ਤੇ ਉਹਨਾਂ ਨੇ ਕਿਹਾ, ਉਹਨਾਂ ਨੇ ਭਾਈ ਨਦੀਮ ਨੇ ਕਹਿਣਾ ਵੀ ਤੁਸੀਂ 10,000 ਰੁਪਏ ਲਾਈਓ, ਕੱਲ ਨੂੰ ਪੂਰੇ ਪੈਸੇ ਲੈਣਾ ਤੇ ਬੱਚਾ ਲਾਈਏ ਨਾ, ਤੁਹਾਡੀ ਤਰਫੋਂ ਪੈਸੇ ਹੋ ਗਏ ਨੇ। ਭਾਈ ਨਦੀਮ ਨੇ ਉਹਦੇ ਨੇ ਕਿਹਾ। ਮੇਰੇ ਭਾਈ ਆ ਗਏ ਨੇ ਤੇ ਤੁਹਾਡੀ ਤਰਫੋਂ ਪੈਸੇ ਹੋ ਗਏ ਨੇ। ਮਕਸਦ ਹੈ ਕਿ ਪੈਸੇ ਇਹ ਨਾ ਹੋ ਗਏ ਨੇ, ਕੱਲ ਨੂੰ ਸਾਰੇ ਪੈਸੇ ਲੈ ਨਾ ਬੱਚਾ ਲਾਈਏ ਨਾ। ਉਹਨਾਂ ਨੇ ਪੈਸੇ ਨਹੀਂ ਫੜੇ ਭਾਈ ਉਹਦੇ ਨਦੀਮ ਨੇ। 10,000 ਨਹੀਂ ਲੈਤਾ? ਹਾਂਜੀ। 5 ਹੀ ਰਹਿਣ ਦਿੱਤਾ। ਉਹ ਤੇਰਾ ਤੂੰ ਜੋ ਦਿੱਤਾ ਸੀ। ਦੂਸਰੇ ਦਿਨ ਜਦੋਂ ਚੰਨ ਚੜਨ ਤੋਂ ਮਕਸਦ ਦੂਸਰੇ ਦਿਨ ਗਏ ਨੇ ਬੱਚਾ ਲੈਣ ਵਾਸਤੇ, ਤੇ ਉਹਨਾਂ ਨੇ ਇਹ ਚੰਨ ਚੜ ਗਿਆ। ਹਾਂਜੀ। ਤੇ ਲੱਥ ਵੀ ਗਿਆ। ਹੁਣ ਚੰਨ ਚੜਨ ਨਹੀਂ, ਈਦ ਦੇ ਕੋਲ ਆਣਾ ਹੈ। ਈਦ ਤੈਨੂੰ ਕਿੰਨੇ ਦਿਨ ਬਾਕੀ ਸੀ? ਈਦ ਨੂੰ ਇਹ ਨਹੀਂ ਮੈਨੂੰ ਪਤਾ ਈਦ ਨੂੰ ਕਿੰਨੇ ਦਿਨ ਬਾਕੀ ਵੀ। ਚੰਨ ਚੜਨ ਦੀ ਗੱਲ ਹੋਈ ਸੀ ਸਾਡੀ। ਕਿਹੜੀ ਤਰੀਕ ਯਾਦ ਹੀ ਨਹੀਂ? ਤਰੀਕ ਨਹੀਂ ਯਾਦ ਮੈਨੂੰ। ਅੱਛਾ ਚਲ ਠੀਕ। ਦਿਨ ਯਾਦ ਹੈ? ਦਿਨ ਯਾਦ ਹੈ, ਦਿਨ ਵੀ ਨਹੀਂ ਯਾਦ ਹੈਗਾ। ਭਾਈ ਗਏ ਸੀ ਨਾ ਮੇਰੇ ਪੈਸੇ ਲੈ ਕੇ। ਅੱਛਾ। ਮੈਨੂੰ ਈਦ ਤੋਂ 16 ਦਿਨ ਪਹਿਲੇ ਜਿਸ ਦਿਨ ਮੈਂ ਪੈਸੇ ਦਿੱਤੇ, ਮੈਨੂੰ ਉਹ ਯਾਦ ਸੀ ਕਿ ਮੈਨੂੰ ਈਦ ਤੋਂ 16 ਦਿਨ ਪਹਿਲੇ ਪੈਸੇ ਦਿੱਤੇ। ਤੇ ਤੇਰਾ ਭਰਾ ਤੇਰੇ ਕਿੰਨੇ ਦਿਨਾਂ ਬਾਅਦ ਗਿਆ ਸੀ? ਮੇਰੇ ਕਿੰਨੇ ਦਿਨਾਂ ਬਾਅਦ ਮੈਨੂੰ ਨਹੀਂ ਯਾਦ ਹੈਗਾ। ਵੈਸੇ ਚੰਨ ਚੜਨ ਤੋਂ ਪਹਿਲੇ ਗਏ ਸੀਗੇ, ਮੇਰੇ ਸਾਹਮਣੇ ਗਏ ਸੀਗੇ। ਠੀਕ ਹੈ। ਮੇਰੇ ਕੋਲ ਖਲੋਤੇ ਉਹਨਾਂ ਨੇ ਫੋਨ ਕੀਤਾ
ਤੇ ਉਹ ਗਏ ਨੇ ਚੰਨ ਚੜਨ ਤੋਂ ਪਹਿਲੇ। ਚੰਨ ਚੜਨ ਤੋਂ ਪਹਿਲੇ ਠੀਕ ਹੈ, ਭਾਈ ਨੇ ਪਹੁੰਚ ਗਏ। ਹਾਂਜੀ, ਉਹਨਾਂ ਨੇ 1,15,000 ਦਾ ਅੱਗੇ ਸੇਲ ਕਰਤਾ। ਜਿੱਦਣ ਦੂਸਰੇ ਦਿਨ ਚੰਨ ਚੜਨ ਤੋਂ ਬਾਅਦ ਗਏ ਨੇ ਨਾ, ਜਿੱਦਣ ਚੰਨ ਚੜਿਆ ਬਲਕਿ ਉਦੋਂ ਨਹੀਂ ਗਏ ਨੇ, ਉਹਨਾਂ ਨੇ ਬੱਚਾ ਅੱਗੇ 1,15,000 ਦਾ ਸੇਲ ਕਰ ਦਿੱਤਾ। ਨਹੀਂ, ਅਮੀਨ ਨੇ। ਅੱਛਾ, ਟੀਮ ਤੋਂ ਪੁੱਛੇ ਬਗੈਰ, ਸਾਡੇ ਤੋਂ ਪੁੱਛੇ ਬਗੈਰ ਉਹਨਾਂ ਨੂੰ ਤੁਹਾਡੇ ਨਾਲ ਕਿੰਨੇ ਦੀ ਡੀਲ ਹੋਈ ਸੀ? 1,10,000 ਦੀ। 5,000 ਮੇਰੇ ਕੋ ਵੀ ਲੈ ਲਿਆ ਤੇ ਲਾਲਚ ਆ ਕੇ 1,15,000 ਦਾ ਵੇਚ ਦਿੱਤਾ। ਮੈਂ ਫਿਰ ਈਦ ਤੋਂ 2 ਦਿਨ ਪਹਿਲੇ ਉਹਨੂੰ ਪੈਸੇ ਪੁੱਛੇ ਨੇ। ਮੈਂ ਕਿਹਾ ਯਾਰ ਅਮੀਨ 5,000 ਰੁਪਏ ਤੂੰ ਮੇਰੇ ਕੋਲ ਲਿਆ, ਚੱਲ ਬੱਚਾ ਤੇਰਾ ਵਾਅਦੇ ਦਾ ਵੇਖ ਗਿਆ ਤੇ ਠੀਕ ਹੈ। ਗੱਲ ਇਹ ਹੋਈ ਸੀ ਕਿ ਬੱਚਾ ਅਗਰ ਉਹ ਜ਼ਬਾਨ ਤੋਂ ਮੁਕਰੇ ਨਾ ਤੇ ਉਹਨੇ 5,000 ਨਾ 5,000 ਦੇਣਾ, 10,000 ਰੁਪਏ। ਮੈਂ 10,000 ਨਹੀਂ ਮੰਗਿਆ, ਮੇਰੇ ਜਿਹੜੇ ਬੰਦੇ ਸੀ ਮੈਂ ਉਹ ਮੰਗੇ ਨੇ ਉਹਦੇ ਕੋਲੋਂ। ਮੈਂ ਕਿਹਾ ਅਮੀਨ ਮਕਸਦ ਦੇ ਕੇ ਪੈਸੇ ਦੇ ਦੇ ਈਦ ਤੋਂ 2 ਦਿਨ ਪਹਿਲੇ। ਉਹਨੇ ਆਖਿਆ ਮੈਂ ਤੈਨੂੰ ਦੇ ਦਿਆਂਗਾ। ਮੈਂ ਕਿਹਾ ਠੀਕ। ਨਹੀਂ ਬੱਚਾ ਵੇਚਤਾ ਉਹਨਾਂ ਨੇ ਤੇ ਤੂੰ ਜਾ ਕੇ ਸਿਰਫ ਪੈਸੇ ਮੰਗੇ ਮੁਤਾਲਬਾ? ਪੈਸੇ ਮਕਸਦ ਮੇਰੇ ਪਹਿਲੀ ਦੇ ਵਿੱਚ ਮੁਹੱਲੇ 'ਚ ਆਇਆ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਤੂੰ ਬੱਚਾ ਵੇਚ ਦਿੱਤਾ, ਬੜਾ ਦੁੱਖ ਹੋਇਆ। ਤੇ ਮੈਂ ਕਿਹਾ ਤੂੰ 5,000 ਪਿੱਛੇ ਬੱਚਾ ਵੇਚਦਾ, ਚੱਲ 5,000 ਮੇਰਾ ਤੇ ਦੇ ਦੇ। ਕਹਿੰਦਾ ਅੱਛਾ ਦੇ ਦਿਆਂਗਾ ਮੈਂ। ਉਹ ਫਿਰ ਈਦ ਤੋਂ ਬਾਅਦ ਵੀ ਮੈਂ ਜਦੋਂ ਪੁੱਛੇ ਨੇ ਈਦ ਤੋਂ ਬਾਅਦ ਵੀ ਇਸ ਈਦ ਗੁਜ਼ਰ ਗਈ, ਮੈਂ ਕਿਹਾ ਯਾਰ ਪੈਸੇ ਦੇ ਦੇ, ਕਹਿੰਦਾ ਨਹੀਂ ਦੇਣੇ। ਅੱਛਾ। ਫਿਰ ਜੁਮੇ ਦਾ ਦਿਨ ਸੀ ਜਿਸ ਦਿਨ ਦਾ ਵਕੂਆ ਨਾ, ਉਸ ਦਿਨ ਹਵੇਲੀ ਨੂੰ ਆਪਣੀ ਤਰਫ ਨੂੰ ਜਾ ਰਿਹਾ ਸੀ ਤੇ ਮੈਂ ਇਹਨੂੰ ਪੈਸੇ ਪੁੱਛੇ ਨੇ ਆਵਾਜ਼ ਮਾਰ ਕੇ। ਮੈਨੂੰ ਕਿਹਾ ਯਾਰ ਅਮੀਨ ਜੁਮਾ ਪੜ੍ਹ ਕੇ ਅਸੀਂ ਆਏ ਆ ਤੇ ਮੈਂ ਇਹਨੂੰ ਆਵਾਜ਼ ਮਾਰੀ, ਮੈਂ ਕਿਹਾ ਅਮੀਨ ਪੈਸੇ ਦੇ ਦੇ। ਆਪਣੀ ਹਵੇਲੀ ਨੂੰ ਜਾ ਰਿਹਾ ਸੀ, ਮੇਰੇ ਘਰ ਦੇ ਬੂਹੇ ਮਕਸਦ ਕਿ ਮੇਰੇ ਘਰ ਦੀ ਦੁਕਾਨ ਦੇ ਇਕੱਲਾ ਹੀ? ਹਾਂ, ਇਕੱਲਾ ਹੀ ਜਾ ਰਿਹਾ ਸੀ। ਅੱਛਾ। ਤੇ ਮੈਨੂੰ ਆਵਾਜ਼ ਦਿੱਤੀ, ਮੈਂ ਕਿਹਾ ਅਮੀਨ ਪੈਸੇ। ਕਹਿੰਦਾ ਤੂੰ ਖਲੋ ਇੱਥੇ, ਮੈਂ ਤੇਰੇ ਨਾਲ ਆਣ ਕੇ ਨਿਪੜਨਾ। ਮੈਂ ਫਿਰ ਘਰ ਚਲਾ ਗਿਆ, ਮੈਂ ਘਰੋਂ ਪਿਸਤੌਲ ਫੜਿਆ। ਮੈਂ ਕਿਹਾ ਸ਼ਾਇਦ ਉਧਰੋਂ ਕੋਈ ਬੰਦੇ ਵਗੈਰਾ ਲੈ ਕੇ ਆਵੇ, ਮੇਰੇ ਗੱਲ ਪਵੇ ਜਾਂ ਮੈਨੂੰ ਵੀ ਮਕਸਦ ਮਾਰ ਸਕਦਾ। ਮੈਂ ਆਪਣੀ ਹਿਫਾਜ਼ਤ ਵਾਸਤੇ ਪਿਸਤੌਲ ਫੜਿਆ ਕਰੋ। ਤੇ ਮੈਂ ਬਾਹਰ ਆਣ ਕੇ ਖਲੋ ਗਿਆ। ਪਿਸਤੌਲ ਹੈ ਤੇਰੇ ਕੋਲ? ਹੈ ਸੀ, ਹੁਣ ਤੇ ਪੁਲਿਸ ਦੀ ਰਿਆਸਤ। ਨਹੀਂ ਉਹ ਲਾਇਸੈਂਸੀ ਪਿਸਤੌਲ ਨਹੀਂ, ਬਗੈਰ ਲਾਇਸੈਂਸੀ ਸੀ। ਬਗੈਰ ਲਾਇਸੈਂਸੀ ਕਿਉਂ ਰੱਖਿਆ ਜੀ? ਵੈਸੇ ਹੀ ਰੱਖਿਆ ਸੀ ਸਰ, ਦੁਕਾਨਾਂ ਸੀ ਨਾ ਬਾਰ-ਬਾਰ ਤੇ ਭਾਈਆਂ ਨੂੰ ਵੀ ਨਹੀਂ ਸੀ ਮਾਰਿਆ ਨੂੰ ਪਤਾ ਹੈਗਾ, ਭਾਈਆਂ ਤੋਂ ਚੋਰੀ ਰੱਖਿਆ ਸੀ। ਅੱਛਾ, ਹਾਂਜੀ। ਤੇ ਉਹਦੇ ਨਾਲ ਕੀ ਕਰਨਾ ਸੀ? ਕਤਲ? ਨਹੀਂ, ਕਤਲ ਤੇ ਨਹੀਂ ਇਹ ਸਰ ਜੀ ਜ਼ੇਨ 'ਚ ਵੀ ਨਹੀਂ ਸੀ ਆਇਆ। ਸਾਡੇ ਪੂਰੇ ਖਾਨਦਾਨ ਦੇ ਵਿੱਚ ਪਹਿਲਾ ਐਸਾ ਕਦਮ ਗਲਤ ਨਾ। ਅੱਛਾ ਠੀਕ ਹੈ, ਉਹ ਫਿਰ ਤੂੰ ਪਿਸਤੌਲ ਕੱਢ ਲਈ? ਮੈਂ ਨਹੀਂ ਕੱਢੀ ਪਿਸਤੌਲ, ਮੈਂ ਕੱਢ ਕੇ ਮਕਸਦ ਆਪਣੇ ਕੋਲ ਰੱਖੀ ਲੁਕੋ ਕੇ। ਉਹ ਆਇਆ ਫਿਰ ਵਾਪਸੀ, ਉਹਨੇ ਜਦੋਂ ਮੈਨੂੰ ਖੁਦ ਆਵਾਜ਼ ਦਿੱਤੀ ਨਾ ਕਿ ਇੱਧਰ ਆ ਤੈਨੂੰ ਪੈਸੇ ਦੇਵਾਂ, ਤੂੰ ਲੋਕਾਂ ਨੂੰ ਕਹਿਣਾ ਮੈਂ ਮੇਰੇ ਕੋਲ ਪੈਸੇ ਲੈਣੇ, ਤੇ ਮੈਂ ਕੋਲ ਗਿਆ ਵਾਂ। ਮੈਨੂੰ ਕਹਿੰਦਾ ਕਿਹੜੇ ਪੈਸੇ ਲੈਣੇ? ਮੇਰਾ ਗਿਰੇਬਾਨ ਫੜਿਆ, ਮੇਰੇ ਘਰ ਦੇ ਬੂਹੇ ਦੇ ਸਾਹਮਣੇ ਖਲੋ ਕੇ ਮੈਨੂੰ ਮਾਂ ਭੈਣਾਂ ਦੀਆਂ ਗਾਲਾਂ ਕੱਢੀਆਂ, ਮੈਨੂੰ ਚਪੇੜਾਂ ਮਾਰੀਆਂ ਨੇ। ਫਿਰ ਮੈਂ ਮਕਸਦ ਕਿ ਗੁੱਸੇ 'ਚ ਆਣ ਕੇ ਮੈਂ ਨਹੀਂ ਮਤਲਬ ਉਹ ਚਲਾ ਗਿਆ ਪਹਿਲੇ ਕਿ ਮੈਂ ਤੈਨੂੰ ਦੱਸਦਾ, ਤੈਨੂੰ ਵਾਪਸੀ ਆਇਆ, ਫਿਰ ਵਾਪਸ ਆ ਗਿਆ? ਵਾਪਸੀ ਆਇਆ। ਠੀਕ ਹੈ, ਤੇ ਮੇਰੇ ਘਰ ਦੇ ਬਾਹਰ ਆ ਗਏ? ਹਾਂ, ਮੇਰੇ ਘਰ ਦੇ ਬਾਹਰ ਆਇਆ। ਅੱਛਾ। ਫਿਰ ਮੈਨੂੰ ਆਵਾਜ਼ ਦਿੱਤੀ ਉਹਨੇ ਖੁਦ, ਮੈਂ ਕੋਲ ਗਿਆ, ਉਹਨੇ ਉਹੀ ਗਾਲਾਂ ਕੱਢੀ। ਕੀ ਕਹਿੰਦਾ ਤੈਨੂੰ? ਆਵਾਜ਼ ਕਿਉਂ ਦਿੱਤੀ? ਉਹ ਦੇਖ ਕਹਿੰਦਾ ਇੱਧਰ ਆ ਤੈਨੂੰ ਪੈਸੇ ਦਵਾਂ, ਤੂੰ ਲੋਕਾਂ ਨੂੰ ਕਹਿੰਦਾ ਮੇਰੇ ਕੋਲ ਪੈਸੇ ਲੈਣੇ, ਤੇਰੇ ਕੋਲ ਲੈ ਜਾਂਦੇ ਤੇ ਲੈ ਲਾ, ਤੇਰੀ ਮਾਂ ਨੂੰ ਇੰਜ ਤੇ ਤੇਰੀ। ਇਕੱਲਾ ਹੀ ਆਇਆ? ਹਾਂਜੀ, ਇਕੱਲਾ ਹੀ ਆਇਆ। ਅੱਛਾ, ਫਿਰ? ਮੈਂ ਪਿਸਤੌਲ ਕੱਢਿਆ ਤੇ ਮੈਂ ਇਹਨੂੰ ਮਕਸਦ ਹੈ ਕਿ ਡਰਾਉਣ ਵਾਸਤੇ, ਇਹਨੇ ਮੈਨੂੰ ਜਦੋਂ ਗਿਰੇਬਾਨ ਫੜਿਆ ਨਾ ਮੈਨੂੰ ਚਪੇੜਾਂ ਮਾਰੀਆਂ ਨੇ। ਮੈਂ ਵੀ ਅੱਗੋਂ ਮਾਰੀਆਂ ਨੇ, ਮੈਂ ਕਹਾਂ ਮੈਂ ਨਹੀਂ ਮਾਰੀ। ਮੈਂ ਚਪੇੜ ਮਾਰੀ, ਇੱਕ ਮੇਰੇ ਨਾਲ ਉੱਚਾ ਸੀਗਾ ਤੇ ਮੈਂ ਫਿਰ ਇਹਨੇ ਮੇਰੇ ਸਿਰ 'ਚ ਮੁੱਕਾ ਮਾਰਿਆ। ਮਕਸਦ ਹੈ ਕਿ ਲੜਾਈ ਹੁੰਦੀ ਰਹੀ ਸਾਡੀ। ਫਿਰ ਮੈਂ ਪਿਸਤੌਲ ਕੱਢਿਆ ਨਾ, ਜਦੋਂ ਇਹਨੇ ਆਪਣੇ ਵੱਲ ਨੂੰ ਖਿੱਚਿਆ ਪਿਸਤੌਲ, ਜਦੋਂ ਇਹਨੇ ਖਿੱਚਿਆ ਨਾ ਇੱਕ ਫਾਇਰ ਚੱਲਿਆ, ਮੈਂ ਆਖਿਆ ਨਹੀਂ ਲੱਗਾ ਇਹਨੂੰ ਫਾਇਰ। ਫਿਰ ਜਦੋਂ ਮੈਂ ਖਿੱਚਿਆ ਨਾ ਪਿਸਤੌਲ ਗਿਰ ਗਿਆ। ਫਿਰ ਮੈਨੂੰ ਇੱਕ ਫਾਇਰ ਮੈਂ ਖੁਦ ਮਾਰਿਆ, ਇੱਕ ਫਾਇਰ ਮੈਂ ਖੁਦ ਮਾਰਿਆ। ਇੱਕ ਫਾਇਰ ਚੱਲਿਆ ਹੁੰਦਾ ਸਰ ਮੈਨੂੰ ਨਹੀਂ ਪਤਾ, ਮੈਂ ਇਹ ਸਮਝਿਆ ਕਿ ਮੈਂ ਨਹੀਂ ਚੱਲਿਆ। ਜਦੋਂ ਖੜਾ ਹੋਣ ਲੱਗਾ ਤੇ ਮੈਂ ਕਿਹਾ ਵੀ ਇਹ ਖੜਾ ਹੋ ਕੇ ਮੇਰੇ ਕੋਲ ਪਿਸਟਲ ਖਿੱਚੇਗਾ ਫਿਰ ਮੈਨੂੰ ਮਾਰੇਗਾ। ਅੱਛਾ, ਹੁਣ ਤੂੰ ਜਿਹੜੀ ਸਟੋਰੀ ਸੁਣਾਈ ਤੈਨੂੰ ਸੁਣਾਵਾਂ ਦੁਬਾਰਾ? ਹਾਂਜੀ ਸੀ। ਉਹ ਤੇਰੇ ਘਰ ਦੇ ਬਾਹਰੋਂ ਜੁਮਾ ਪੜ ਕੇ ਲੰਘ ਰਿਹਾ ਸੀ, ਜੁਮੇ ਦਾ ਦਿਨ ਸੀ, ਠੀਕ ਹੈ? ਤੇ ਉਹਨੇ ਤੂੰ ਕਿਹਾ ਪੈਸੇ ਦੇ ਦੇ, ਉਹਨੇ ਕਿਹਾ ਮੈਂ ਤੈਨੂੰ ਦੇਣਾ। ਉਹ ਗਿਆ, ਤੂੰ ਸਮਝਿਆ ਲੋਕ ਆਣਗੇ ਇਹ ਉਹ, ਕੱਲਾ ਹੀ ਆਇਆ ਉਹ? ਕੱਲਾ ਹੀ ਆਇਆ। ਠੀਕ ਹੈ, ਫਿਰ ਉਹਨੇ ਕੱਲੇ ਨੇ ਤੂੰ ਪਿਸਤੌਲ ਕੱਢਿਆ, ਉਹ ਕੱਲੇ ਨੇ ਆ ਕੇ ਉਹਨੇ ਮੈਨੂੰ ਮਾਰਿਆ ਨਾ ਸਰ। ਅੱਛਾ, ਆਂਦੇ ਹੀ ਮਾਰਿਆ? ਤੇ ਉਸ ਟਾਈਮ ਵੀ ਤੇ ਮਾਰ ਸਕਦਾ ਸੀ, ਪਹਿਲੇ ਕਿਉਂ ਨਹੀਂ ਉਹਨੇ ਮਾਰਿਆ? ਕਿੰਨੇ? ਉਹ ਕੀ ਲੈਣ ਗਿਆ ਸੀ ਘਰੋਂ? ਪਿਸਤੌਲ ਲਿਆ? ਪਿਸਤੌਲ ਨਹੀਂ ਲਿਆਇਆ ਸਰ, ਮੈਂ ਇਹ ਸਮਝਿਆ ਕਿ ਮੈਂ ਇਸ ਵਾਸਤੇ ਪਿਸਤੌਲ ਰੱਖਿਆ ਕਿ ਸ਼ਾਇਦ ਪਿੱਛੋਂ ਬੰਦੇ ਲੈ ਕੇ ਆਵੇ। ਕੱਲਾ ਵੀ ਆ ਸਕਦਾ, ਬਾਅਦ ਚ ਰੋਲਾ ਪਿਆ ਕਿ ਬਾਅਦ ਚ ਵੀ ਬੰਦੇ ਆ ਜਾਂਦੇ। ਫਿਰ ਉਹ ਬੰਦੇ ਨਹੀਂ ਲਿਆਇਆ, ਕੱਲਾ ਆਇਆ? ਕੱਲਾ ਆਇਆ। ਕੱਲੇ ਨੇ ਤੈਨੂੰ ਮਾਰਿਆ ਤੇ ਆਪਣੇ ਆਪ ਨੂੰ ਆਪੇ ਹੀ ਉਹਨੇ ਗੋਲੀ ਮਾਰ ਲਈ? ਹਾਂਜੀ, ਪਿਸਤੌਲ ਖਿੱਚਿਆ ਨਾ ਲੜਾਈ ਦੇ ਵਿੱਚ। ਅੱਛਾ, ਪਾਗਲ ਸੀ ਅਮੀਨ? ਨਹੀਂ ਪਾਗਲ ਤੇ ਸਰ ਕੋਈ ਗੱਲਾਂ ਕਰਦਾ ਸੀ ਤੇਰੇ ਨਾਲ ਪਹਿਲੇ? ਗੱਲਾਂ ਤੇ ਕਰਦਾ ਸੀ ਸਰ। ਤੇ ਮੂੰਹ ਚੋਂ ਝੱਗ ਨਿਕਲਦੀ ਸੀ ਉਹਦੇ? ਨਹੀਂ, ਝੱਗ ਵਗੈਰਾ ਤੇ ਨਹੀਂ ਸੀ ਸਰ ਨਿਕਲਦੀ। ਅਗਰ ਕੋਈ ਵੀ ਤੁਹਾਡੇ ਦਰਵਾਜ਼ੇ ਦੇ ਸਾਹਮਣੇ ਆਣ ਕੇ, ਮੈਂ ਹੀ ਆ ਭਾਵੇਂ, ਮੈਂ ਤੁਹਾਨੂੰ ਅਗਰ ਗਾਲਾਂ ਕੱਢਣਾ ਮਾਵਾਂ ਭੈਣਾਂ ਦੀਆਂ, ਪਰ 5,000 ਰੁਪਏ ਦੇਣਾ, ਮੈਂ ਉਹਦੇ ਭਾਈਆਂ ਨੂੰ ਵੀ ਕਿਹਾ, ਉਹਨਾਂ ਨੂੰ ਵੀ ਕਿਹਾ। ਮਕਸਦ ਹੈ ਕਿ ਉਹ ਨਾ ਵੀ ਦਿੰਦੇ, ਚਲੋ ਮੈਨੂੰ ਕਹਿ ਦਿੰਦੇ ਕਿ ਮੈਂ ਉਹਨਾਂ ਨੂੰ ਅਸੀਂ ਡਾਕਨੇ ਆ। ਮੈਂ ਉਹਨਾਂ ਨੂੰ ਕਿਹਾ, ਮੈਂ ਯਾਰ ਉਹ ਬੜਾ ਬੁਰਾ ਭਲਾ ਬੋਲਦਾ, ਤੇ ਉਸ ਤੋਂ ਬਾਅਦ ਮੇਰੇ ਮੱਥਾ ਨਹੀਂ ਲੱਗਿਆ। ਅੱਛਾ, ਜਦੋਂ ਉਹਦੇ ਭਾਈਆਂ ਨੂੰ ਮੈਂ ਦੱਸਿਆ। ਅੱਛਾ, ਤੇ ਉਹ ਆਪਣੇ ਭਾਈ ਨੂੰ ਕਹਿ ਵੀ ਤਾਂ ਸਕਦੇ ਸੀ ਯਾਰ ਤੂੰ ਨਾ ਉਹਨੂੰ ਗਾਲਾਂ ਕੱਢ। ਇੱਕ ਤੂੰ ਪੈਚ ਚੁਆ ਕੇ ਕਤਲ ਕੀਤਾ? ਇਹ ਤੂੰ ਕਤਲ ਕੀਤਾ ਕਿ ਨਹੀਂ ਕੀਤਾ?
ਇਹ ਦੱਸ ਸਰ ਮੈਂ ਤੇ ਡਰਾਉਣ ਵਾਸਤੇ ਜਦੋਂ ਪਹਿਲੇ ਫਾਇਰ ਕੀਤਾ ਨਾ, ਮੈਂ ਡਰਾਉਣ ਵਾਸਤੇ ਮਕਸਦ ਕੀਤਾ, ਉਹਨੇ ਖਿੱਚਿਆ, ਇੱਕ ਫਾਇਰ ਚੱਲ ਗਿਆ। ਉਹ ਕੀਤਾ ਹੈ ਨਾ ਤੂੰ? ਹਾਂ, ਦੂਸਰਾ ਪਹਿਲਾ ਫਾਇਰ ਚੱਲਿਆ ਉਹਦੇ ਮਕਸਦ ਹੈ ਕਿ ਮੈਂ ਨਹੀਂ ਕੀਤਾ, ਉਹਨੇ ਜਦੋਂ ਖਿੱਚਿਆ ਉਦੋਂ ਚੱਲਿਆ। ਤੇ ਕਿੰਜ ਚੱਲ ਗਿਆ? ਤੂੰ ਚੈਂਬਰ ਮਾਰਿਆ ਸੀ? ਹਾਂਜੀ ਚੈਂਬਰ ਮਾਰ ਕੇ ਤੇ ਚੈਂਬਰ ਕਿਸ ਵਾਸਤੇ ਮਾਰੀਦਾ ਬੇਟੇ? ਮੈਂ ਸਿਰਫ ਇਸ ਵਾਸਤੇ ਡਰਾਨ, ਮੈਂ ਪੈਰਾਂ 'ਚ ਮਾਰਾਂਗਾ ਪੈਸੇ ਦੇ ਦੇਗਾ, ਜਾਂ ਮੈਨੂੰ ਵੈਸੇ ਕਹਿ ਅੱਛਾ ਦੇਗਾ। ਪੈਰਾਂ 'ਚ ਮਾਰੇ? ਪਹਿਲੇ ਵੀ ਪੈਰਾਂ 'ਚ ਮਾਰਨਾ ਗੋਲੀਆਂ? ਨਹੀਂ ਪਹਿਲੇ ਤੇ ਨਹੀਂ ਮਾਰੀ, ਅੱਜ ਤੱਕ ਨਹੀਂ ਮਾਰੀ। ਅੱਜ ਕਿਸੇ ਮੈਂ ਨੇ ਨਹੀਂ ਤੁਹਾਨੂੰ ਕਹਿ ਰਿਹਾ ਕਿ ਮੇਰੇ ਪੂਰੇ ਖਾਨਦਾਨ ਦੇ ਵਿੱਚ ਗਲਤੀ ਮੇਰੇ ਕੋਲ ਹੋਈ, ਏਡਾ ਵੱਡਾ ਗੁਨਾਹ ਹੋਇਆ। ਅੱਛਾ ਫਿਰ ਉਹ ਪਿਸਟਲ ਉਹਨੇ ਆਪਣੇ ਵੱਲ ਖਿੱਚਿਆ ਤੇ ਗੋਲੀ ਚੱਲ ਗਈ। ਕਿਹਦਾ ਘੋੜੇ ਤੇ ਹੱਥ ਕਿਹਦਾ ਸੀ? ਘੋੜੇ ਤੇ ਹੱਥ ਮਕਸਦ ਮੇਰਾ ਹੀ ਟਰੈਗਰ ਦਾ ਕਿਹਦਾ ਸੀ? ਤੇਰਾ ਹੀ ਸੀ ਨਾ? ਤੇਰੇ ਹੱਥੋਂ ਚੱਲੀ ਗੋਲੀ? ਹਾਂਜੀ। ਆਪ ਮੈਂ ਤੇ ਨਹੀਂ ਮਾਰੀ ਨਾ ਸਮਝਿਆ ਕਿ ਉਹਨੇ? ਮੈਂ ਨਹੀਂ ਚੱਲੀ ਗੋਲੀ, ਹਾਂ ਆਵਾਜ਼ ਨਹੀਂ ਆਈ ਗੋਲੀ ਦੀ? ਆਵਾਜ਼ ਆਈ ਹੈ ਕਿ ਮੈਨੂੰ ਇਹ ਸਮਝਿਆ ਕਿ ਮੈਨੂੰ ਨਹੀਂ ਲੱਗੀ ਹੈਗੀ। ਅੱਛਾ। ਗੋਲੀ ਦੀ ਆਵਾਜ਼ ਆਈ, ਮੈਂ ਤੁਹਾਨੂੰ ਪਹਿਲੇ ਵੀ ਠੀਕ ਦੱਸਿਆ, ਹੈ। ਗੋਲੀ ਦੀ ਆਵਾਜ਼ ਫਿਰ? ਲੱਗੀ ਤਾਂ ਮੈਨੂੰ ਨਹੀਂ ਪਤਾ। ਠੀਕ ਹੈ। ਫਿਰ ਜਦੋਂ ਮੈਂ ਖਿੱਚਿਆ ਨਾ ਪਿਸਤੌਲ, ਉਹ ਗਿਰਿਆ ਥੱਲੇ, ਡਿੱਗਿਆ। ਹਾਂ। ਮੈਂ ਜਦੋਂ ਖਿੱਚਿਆ ਥੋੜੀ ਸਲੋਪ ਸੀਗੀ ਤੇ ਉਹ ਡਿੱਗਿਆ ਥੱਲੇ। ਫਿਰ ਮੈਂ ਦੂਸਰਾ ਫਾਇਰ ਮੈਂ ਖੁਦ ਕੀਤਾ। ਉਹਨ ਮਾਰੇ? ਹਾਂਜੀ, ਮੈਂ ਉਹ ਸਾਰੇ ਬਿਆਨ ਦੇ ਵਿੱਚ ਆਹੀ ਦੱਸਿਆ ਕਿ ਦੂਸਰਾ ਫਾਇਰ ਮੈਂ ਕੀਤਾ। ਪਹਿਲੇ ਫਾਇਰ ਦਾ ਚੱਲਿਆ ਤਾਂ ਮੈਨੂੰ ਪਤਾ ਚੱਲਿਆ, ਲੱਗੇ ਤਾਂ। ਦੂਸਰਾ ਉਹਨ ਮਾਰਿਆ ਤੂੰ? ਹਾਂਜੀ। ਮਤਲਬ ਉਹਨੂੰ ਤੂੰ ਕਤਲ ਕੀਤਾ ਹੈ? ਕਤਲ ਸਰ ਮੈਂ ਇਸ ਵਾਸਤੇ ਕੀਤਾ ਕਿ ਉਹ ਜਦੋਂ ਖੜਾ ਹੋ ਰਿਹਾ ਸੀਗਾ, ਜਦੋਂ ਕੋਈ ਵੀ ਚੀਜ਼ ਐਸਾ ਕੰਮ ਹੁੰਦਾ ਹੈ ਨਾ, ਮਕਸਦ ਉਦੋਂ ਸ਼ੈਤਾਨ ਵਰਗਲਾਉਂਦਾ ਹੈ। ਅੱਛਾ ਠੀਕ ਹੈ, ਬੰਦਾ ਜਾਣਬੁੱਝ ਕੇ ਤਾਂ ਕੋਈ ਵੀ ਨਹੀਂ ਕਰਦਾ। ਹੂੰ। ਦੋ ਬੱਚੇ ਨੇ, ਮੈਂ ਖੁਦਾ ਦੀ ਕਸਮ ਜਾਣਬੁੱਝ ਕੇ ਨਹੀਂ ਮਾਰਿਆ ਉਹਨੂੰ। ਪਹਿਲਾ ਫਾਇਰ ਤੂੰ ਕਿਹਾ ਚੱਲ ਗਿਆ ਅਚਾਨਕ, ਮੰਨ ਲਈ ਅਸੀਂ ਤੇਰੀ ਗੱਲ। ਦੂਸਰਾ ਤੂੰ ਆਪ ਮਾਰਿਆ ਉਹਨੂੰ? ਹਾਂਜੀ। ਉਦੋਂ ਉਹ ਖੜਾ ਹੋਣ ਲੱਗਾ ਸੀ ਨਾ ਸਰ, ਮੇਰਾ ਪਿਸਤਲ ਖਿੱਚ ਰਿਹਾ ਸੀ ਮੇਰੇ ਕੋਲ। ਹਾਂ ਤੇ ਫਿਰ ਮਾਰਤਾ ਉਹਨੂੰ? ਹਾਂਜੀ। ਫਿਰ ਕੀ ਕੀਤਾ ਮਾਰਨ ਫਿਰ ਤੋਂ ਮੈਂ ਬਾਅਦ? ਖੁਦ ਆ ਕੇ ਤੇ ਪੇਸ਼ ਹੋ ਗਿਆ। ਫੌਰੀ? ਹਾਂਜੀ। ਕਤਲ ਕਰਨ ਤੋਂ ਫੌਰੀ ਬਾਅਦ ਆ ਗਿਆ ਸੀ ਹੈ? ਹਾਂਜੀ। ਕੀ ਕਿਹਾ ਆ ਕੇ? ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਇੰਜਨ ਕਰਕੇ ਨਾ ਲੜਾਈ ਹੋਈ ਸੀ ਤੇ ਫਾਇਰ ਲੱਗ ਗਿਆ ਮੁੰਡੇ ਨੂੰ, ਹਾਂ ਤੇ ਮੈਂ ਆ ਗਿਆ ਸੀ ਫਿਰ। ਆ ਗਿਆ ਸੀ ਫਿਰ। ਤੇ ਅਮੀਨ ਸ਼ਾਦੀशुदा ਸੀ? ਅਮੀਨ ਨਹੀਂ ਸ਼ਾਦੀशुदा। ਕੁਵਾਰਾ ਸੀ? ਕਿੰਨੀ ਦੇਰ ਤੋਂ ਰਹਿ ਰਿਹਾ ਸੀ ਉਹ? ਤੁਹਾਡੇ ਘਰ ਦੇ ਕੋਲ ਹੀ ਰਹਿੰਦਾ ਸੀ? ਨਹੀਂ, ਸਾਡੇ ਘਰ ਤੋਂ ਕਾਫੀ ਦੂਰ, 15-20 ਘਰ ਛੱਡ ਕੇ ਪਿੱਛੇ ਰਹਿੰਦਾ। ਕੋਲ ਹੀ ਹੋ ਗਿਆ ਨਾ 15-20 ਘਰ, ਜ਼ਿਆਦਾ ਫਰਕ ਤਾਂ ਨਹੀਂ ਹੁੰਦਾ? ਕਾਫੀ ਫਰਕ ਪੈ ਜਾਂਦਾ ਸਰ। ਅੱਛਾ ਅੱਛਾ ਠੀਕ ਹੈ। ਮਤਲਬ ਘੰਟਾ ਲੱਗਦਾ ਸੀ ਉਹਦਾ ਤੇਰੇ ਘਰ ਤੋਂ? ਇੰਨਾ ਕੁ ਮਕਸਦ ਲੱਗ ਜਾਂਦਾ। 1 ਘੰਟਾ? 15-20 ਘਰਾਂ ਨੂੰ 1 ਘੰਟਾ ਲੱਗਦਾ ਹੈ? ਮਕਸਦ ਹੈ ਕਿ ਕ੍ਰਾਸ ਕਰ 15-20 ਘਰ ਕਾਫੀ ਦੇਰ ਰਾਸਤਾ ਹੁੰਦਾ ਸਰ। ਅੱਛਾ ਵਾਵਾ ਰਸਤਾ ਹੁੰਦਾ ਲੰਬਾ। ਹੁਣ ਮੈਨੂੰ ਇੱਕ ਗੱਲ ਦੱਸ, ਇਹ ਕਿੰਨਾ ਸੱਚ ਤੇ ਕਿੰਨਾ ਝੂਠ ਬੋਲ ਰਹੇ? ਇਹ ਸਰ ਜੀ ਸਾਰਾ ਹੀ ਸੱਚ ਹੈ। ਮਕਸਦ ਹੈ ਕਿ ਜੋ ਵੀ ਤੁਸੀਂ, ਅਗਰ ਤੁਸੀਂ ਉਹਨਾਂ ਕੋਲ ਜਾਂਦੇ ਨੇ ਤੇ ਉਹਨਾਂ ਦੇ ਲੋਕ ਖੁਦ ਹੀ ਬਿਆਨ ਦਿੰਦੇ ਨੇ। ਅੱਛਾ। ਇੱਕ ਘਰ ਦੇ ਵਿੱਚ ਜਾ ਕੇ ਪੁੱਛੋ ਕਿ ਨਾ ਉਹਨਾਂ ਤੋਂ ਕੋਈ ਫਰਾਜ਼ ਸੀ ਤੇ ਨਾ ਸਾਡਾ ਸੀਗਾ। ਗਾਲੋ ਗਾਲੀ ਹੁੰਦੇ ਸੀਗੇ, ਲੋਕ ਸੁਣਦੇ ਸੀਗੇ ਕਿ ਮੈਂ ਉਹਨੂੰ ਅੱਜ ਤੱਕਰ ਵੀ ਕੁਝ ਨਹੀਂ ਸੀ ਕਿਹਾ, ਕਿ ਮੈਂ ਸਿਰਫ ਇਸੇ ਵਜ੍ਹਾ ਤੋਂ ਉਹਨੂੰ ਮਕਸਦ ਦੇ ਕੋ ਬੁਰਾ ਮੈਂ 5000 ਰੁਪਇਆ ਕੋਈ ਹੈ ਸਰ 5000 ਜ਼ਿਆਦਾ ਦੀ ਗੱਲ ਪੈਸੇ? ਨਹੀਂ ਸੀ, 5000 ਦੀ ਵੀ ਕਹਿ ਰਿਹਾ 5000 ਦੀ ਗੱਲ ਨਹੀਂ। ਮੈਂ ਨਹੀਂ। ਤੁਹਾਡੇ ਦਰਵਾਜ਼ੇ ਤੇ ਆਣ ਕੇ ਮੈਂ ਤੁਹਾਨੂੰ ਗਾਲਾਂ ਕੱਢਾਂਗਾ, ਤੁਸੀਂ ਕੀ ਕਰੋਗੇ? ਅੱਛਾ ਵੈਰੀ ਗੁੱਡ, ਤੂੰ ਇਹ ਬੜੀ ਅੱਛੀ ਗੱਲ ਕੀਤੀ ਹੈ। ਲੇਕਿਨ ਤੂੰ ਆਪਣੇ ਬਕੌਲ, ਤੇਰਾ ਪਿੱਛੇ ਰਿਕਾਰਡ ਕੀਤਾ ਹੋਇਆ, ਮੈਂ ਦੁਬਾਰਾ ਤੈਨੂੰ ਦੱਸ ਦਿੰਨਾ ਜਿਹੜੀ ਤੂੰ ਗੱਲ ਕੀਤੀ ਹੈ ਕਿ ਉਹ ਲੰਘ ਰਿਹਾ ਸੀ ਤੇਰੇ ਘਰ ਦੇ ਕੋਲੋਂ, ਹਾਂਜੀ। ਤੂੰ ਉਹਨੂੰ ਆਵਾਜ਼ ਮਾਰੀ ਹੈ ਹਾਂਜੀ। ਕਿ ਪੈਸੇ ਦੇ ਦੇ, ਹਾਂਜੀ। ਔਰ ਪਿਆਰ ਨਾਲ ਤੇ ਆਵਾਜ਼ ਨਹੀਂ ਮਾਰੀ ਹੋਏਗੀ, ਲਾਗਤ ਬਾਜੀ ਸੀ, ਉਹਨੂੰ ਗਾਲਾਂ ਕੱਢੀਆਂ ਹੋਣਗੀਆਂ ਇਹ ਉਹ। ਉਹਨੇ ਗਾਲਾਂ, ਅੱਲਾ ਦੀ ਕਸਮ ਹੈ ਮੈਂ ਗਾਲਾਂ ਨਹੀਂ ਕੱਢੀ। ਅੱਛਾ ਪਿਆਰ ਨਾਲ ਆਵਾਜ਼ ਮੇਰੇ ਕੋਲ ਮਾਰੀ ਕਸਮ ਲੈ ਲਈ। ਤੇ ਉਹਨੇ ਕਿਹਾ ਆ ਕੇ ਮੈਂ ਤੈਨੂੰ ਦੇਣਾ ਹੈ। ਉਹਨੇ ਮੈਨੂੰ ਇਹ ਜਦੋਂ ਕਿਹਾ ਨਾ ਕਿ ਮੈਂ ਆਣ ਕੇ ਨਿਬੜਨਾ ਤੇਰੇ ਨਾਲ, ਹਾਂ। ਤੇ ਫਿਰ ਮੈਨੂੰ ਗੁੱਸਾ ਆਇਆ। ਮੈਂ ਕਿਹਾ ਇਹ ਤੇ ਉਹ ਪਿਸਤੌਲ ਵੀ ਨਹੀਂ ਲੈ ਕੇ ਆਇਆ, ਕੁਝ ਵੀ ਨਹੀਂ ਲੈ ਕੇ ਆਇਆ, ਖਾਲੀ ਹੱਥੀ ਆ ਗਿਆ। ਨੂੰ ਜਾ ਰਿਹਾ ਸੀ ਤੇ ਮੈਂ ਇਹੀ ਕਿਹਾ ਨਾ ਆਪਣੇ ਭਾਈਆਂ ਨੂੰ ਲੈ ਕੇ ਆਏਗਾ ਜਾਂ ਕਿਸੇ ਨੂੰ ਨਹੀਂ ਲੈ ਕੇ ਨਹੀਂ ਲੈ ਕੇ ਆਇਆ? ਕਿਸੇ ਫਿਰ ਤੂੰ ਉਹਨੂੰ ਮਾਰਤਾ? ਮੈਂ ਸਰ ਮੈਂ ਤੁਹਾਨੂੰ ਪਹਿਲੇ ਵੀ ਕਹਿ ਰਿਹਾ ਕਿ ਮੈਂ ਉਹਨੂੰ ਮਾਰਨ ਦੀ ਕੋਸ਼ਿਸ਼ ਨਹੀਂ ਸੀ ਕੀਤੀ, ਮੈਂ ਡਰਾਉਣ ਦੀ ਕੋਸ਼ਿਸ਼ ਕੀਤੀ ਸੀ। ਉਹਨੇ ਜੋ ਪਿਸਟਲ ਖਿੱਚਿਆ ਉਹਨੂੰ ਲੱਗਿਆ ਇੱਕ ਫਾਇਰ। ਉਹ ਤੇ ਲੱਗਾ, ਦੂਸਰਾ ਤੇ ਆਪ ਮਾਰਿਆ। ਮੈਂ ਆਪ ਮਾਰਿਆ, ਮੈਂ ਤੁਹਾਨੂੰ ਪਹਿਲੇ ਕਤਲ ਤੇ ਕਤਲ ਹੁੰਦਾ ਹੈ ਨਾ? ਹਾਂਜੀ, ਕਤਲ ਤੇ ਕਤਲ ਹੀ ਹੈ, ਬੜਾ ਵੱਡਾ। ਹੁਣ ਕਰਤਾ कैसा लग रहा है कत्ल करके? सर अल्लाह ताला दी पकड़ च आया ਹੁਣ ਮਕਸਦ ਹੈ ਕਿ ਕਿੰਨੀ ਦੇਰ ਤੋਂ ਪਿਸਤੌਲ ਰੱਖਿਆ ਸੀ? ਪਿਸਤੌਲ 1 ਸਾਲ ਪੁਰਾਣਾ ਸੀ। 1 ਸਾਲ ਚਲਾਉਂਦਾ ਸੀ ਉਹਨੂੰ? ਨਹੀਂ ਚਲਾਉਂਦਾ। ਹਵਾਈ ਫਾਇਰਿੰਗ ਵੀ ਨਹੀਂ ਕੀਤੀ ਕਦੇ? ਅੱਜ ਤੱਕ ਫਾਇਰ ਤੁਸੀਂ ਜਾ ਕੇ ਇੱਕ ਘਰ ਦੇ ਵਿੱਚ ਜਾ ਕੇ ਅਗਰ ਪੁੱਛੋਗੇ ਨਾ ਫਿਰ ਤੁਹਾਨੂੰ ਸੱਚ। ਤੇ ਗੋਲੀਆਂ ਕਿੰਨੀਆਂ ਸੀ? ਗੋਲੀਆਂ 9 ਗੋਲੀਆਂ ਸੀ ਮੇਰੇ। 9 ਗੋਲੀਆਂ ਸੀ? 2 ਚਲਾਈਆਂ ਉਹਦੇ ਵਿੱਚੋਂ? 7 ਪਈਆਂ? 7 ਇਹਨਾਂ ਨੂੰ ਪੁਲਿਸ ਵਾਲਿਆਂ ਨੇ ਉਹਦੇ ਸਾਲੇ ਨੂੰ ਦੇ। ਉਂਜੀ ਲਿਆ ਕੇ ਮੈਂ ਠੀਕ ਹੈ। ਉਹ ਪਤਾ ਸੀ ਪਿਸਤੌਲ ਨਾਲ ਕਤਲ ਕਰੇਗਾ ਤੂੰ ਉਸ? ਨਹੀਂ ਆ ਨਹੀਂ ਸੀ ਪਤਾ ਹੈ ਨਹੀਂ ਪਤਾ ਸੀ? ਅੱਛਾ ਠੀਕ ਹੈ। ਹੁਣ ਉਹ ਕਤਲ ਹੋ ਗਿਆ ਤੇ ਕਤਲ ਦੀ ਸਜ਼ਾ ਪਤਾ ਹੈ ਕੀ ਹੁੰਦੀ? ਉਹ ਤੇ ਸਰ ਜੋ ਜੱਜ ਸਾਹਿਬ ਸੁਣਾਏਗਾ ਉਹ ਤੇ ਜੱਜ ਸਾਹਿਬ ਤੇ ਸੁਣਾਉਂਦੇ ਆ। ਤੈਨੂੰ ਪਤਾ ਹੈ ਕਤਲ ਦੀ ਸਜ਼ਾ ਕੀ ਹੁੰਦੀ? ਨਹੀਂ ਮੈਨੂੰ ਕਿ 10 ਸਾਲ ਤੋਂ ਕੰਮ ਕਰ ਰਹੇ ਆ, ਮੋਟਰਸਾਈਕਲ ਮਕੈਨਿਕ ਹੈ, ਸਮਝਦਾਰ ਆਦਮੀ ਹੈ। ਪਿਸਤੌਲ ਦਾ ਕੰਮ ਕੀਤਾ ਹੀ ਨਹੀਂ। ਨਜਾਇਜ਼ ਪਿਸਤੌਲ ਰੱਖਿਆ, ਕਿਸੇ ਕੋ ਸੁਣਿਆ ਵੀ ਨਹੀਂ ਕਿ ਕਿਸੇ ਨੇ ਕਤਲ ਕੀਤਾ, ਉਹਦੀ ਕੀ ਸਜ਼ਾ ਹੈ? ਨਹੀਂ ਆਈ। ਮੈਂ ਤੁਹਾਨੂੰ ਕਹਿ ਰਿਹਾ ਮੈਂ ਅੱਜ ਤੱਕ ਇੰਜ ਦਾ ਕੰਮ ਹੀ ਨਹੀਂ ਕੀਤਾ। ਤੇ ਨਾ ਨਹੀਂ, ਅੱਜ ਤੱਕ ਉਹ ਤੇ- ਵੈਸੇ ਕਿਸੇ ਨੂੰ ਮਕਸਦ ਲੜਾਈ ਨਹੀਂ ਹੋਈ ਸਾਡੀ ਅੱਜ ਤੱਕ। ਦੁਨੀਆ 'ਚ ਨਹੀਂ ਕਤਲ ਹੁੰਦੇ? ਹੁੰਦੇ ਨੇ ਸਰ। ਫਿਲਮਾਂ ਵੇਖਣਾ? ਹਾਂਜੀ।
ਤੇ ਉਹਦੇ ਚ ਨਹੀਂ ਕਤਲ ਵੇਖਿਆ ਕਦੀ? ਕਤਲ ਇਲਾਕੇ ਚੋਂ ਕਦੀ ਕਤਲ ਨਹੀਂ ਹੋਇਆ ਤੁਹਾਡੇ ਫਿਰ ਤੋਂ ਪਹਿਲੇ? ਇਲਾਕੇ 'ਚ ਹੋਏ ਨਾ ਸਰ। ਤੇ ਉਹ ਮੁਲਜ਼ਮਾਂ ਨੂੰ ਕੀ ਹੁੰਦਾ ਫਿਰ ਉਸ ਤੋਂ ਬਾਅਦ? ਉਹਨਾਂ ਨੂੰ ਸਜ਼ਾ ਸੀ ਨੀਚੀ 25 ਸਾਲ ਦੀ ਐਵੇਂ ਸਜ਼ਾ ਸੀ ਨੀਚੀ। ਤੈਨੂੰ ਕਿਹੜੀ ਸਜ਼ਾ ਹੋਣੀ ਚਾਹੀਦੀ? ਮੌਤ ਵੀ ਹੁੰਦੀ, ਇਹਦੀ ਫਾਂਸੀ ਵੀ ਹੁੰਦੀ, ਸਜ਼ਾਏ ਮੌਤ। ਸਰ ਜੋ ਜੱਜ ਸਾਹਿਬ ਸੁਣਾਏਗਾ ਉਹ ਫਿਰ ਉਹ ਤੇ ਸੁਣਾਏਗਾ। ਵੈਸੇ ਤੈਨੂੰ ਕੀ ਮੈਂ ਤੇ ਇਹ ਸ਼ਰਮਿੰਦਗੀ ਹੈ? ਮੈਨੂੰ ਅੱਲਾਹ ਦੀ ਰਜ਼ਾ ਵਾਸਤੇ ਉਹਨਾਂ ਦੇ ਅੱਗੇ ਮੈਂ ਮਾਫੀ ਮੰਗਣਾ, ਮੈਨੂੰ ਮਾਫ ਕੀਤਾ ਜਾਏ। ਉਹ ਤੈਨੂੰ ਮਾਫ ਕਰ ਦੇਣ। ਤੂੰ ਉਹਨਾਂ ਦਾ ਜਵਾਨ ਮੁੰਡਾ ਮਾਰਤਾ ਜਿਹਦੀ ਸ਼ਾਦੀ ਨਹੀਂ ਹੋਈ ਸੀ, ਤੇ ਉਹ ਤੈਨੂੰ ਮਾਫ ਕਰ ਦੇ ਅੱਲਾ ਦੀ ਰਜ਼ਾ ਦੀ ਖਾਤਰ। ਤੇ ਅੱਲਾ ਦੀ ਰਜ਼ਾ ਦੀ ਖਾਤਰ ਤੂੰ ਉਹਨੂੰ ਮਾਫ ਨਹੀਂ ਕਰ ਸਕਦਾ ਸੀ 5000 ਰੁਪਏ? ਸਰ 5000 ਦੀ ਗੱਲ ਨਹੀਂ ਸੀ, ਮੈਂ ਤੁਹਾਨੂੰ ਕਹਿ ਰਿਹਾ ਗਾਲਾਂ ਉਹਨੇ ਬਹੁਤ ਐਡਾ ਗਲਤ ਕੱਢੀਆਂ ਸੀ ਮੇਰੇ ਘਰ ਦੇ ਬੂਹੇ ਦੇ ਬਿਲਕੁਲ ਨਜ਼ਦੀਕ ਆ ਕੇ। ਹਾਂ, ਤੂੰ ਉਹਦਾ ਸਿਰ ਪਾੜ ਦਿੰਦਾ, ਉਹਦੇ ਨਾਲ ਹੱਥਾਪਾਈ ਕਰਦਾ, ਤੂੰ ਪਿਸਤੌਲ ਕੱਢ ਲਈ। ਮੈਂ ਤੇ ਉਹਨੂੰ ਪੈਰਾਂ ਚੇਂਜ ਕਰਨ ਲੱਗਾ, ਉਹਨੇ ਖੁਦ ਸਿੱਧਾ ਕੀਤਾ ਆਪਣੇ ਵੱਲ। ਦੂਸਰਾ ਤੇ ਮਾਰਿਆ ਹੀ ਨਾ? ਦੂਸਰਾ ਤੇ ਮਾਰਿਆ ਮੈਂ ਤੈਨੂੰ। ਚਲੋ ਅੱਛਾ, ਸੱਚਾ ਆਦਮੀ ਹੈ ਤੂੰ। ਅੱਛਾ ਹੁਣ ਦੱਸ, ਸਜ਼ਾ ਨਹੀਂ ਹੋਣੀ ਚਾਹੀਦੀ ਤੈਨੂੰ? ਸਜ਼ਾ ਹੋਣੀ ਚਾਹੀਦੀ ਸਰ, ਜੋ ਜੱਜ ਸਾਹਿਬ ਸੁਣਾਏਗਾ ਮੈਂ ਕਹਿ ਰਿਹਾ ਉਹ ਮੰਨਣੀ ਪਏਗੀ ਫਿਰ। ਮੰਨਣੀ ਪਏਗੀ। ਉਂਝ ਤੂੰ ਨਹੀਂ ਚਾਹੁੰਦਾ ਤੈਨੂੰ ਸਜ਼ਾ ਮਿਲੇ, ਅੱਗੇ ਤੋਂ ਲੋਕ ਇਹੋ ਜਿਹਾ ਕੰਮ ਨਾ ਕਰਨ, ਤੂੰ ਵੀ ਇਬਰਤ ਦਾ ਨਿਸ਼ਾਨ ਬਣੇ? ਤੂੰ ਕਿਸੇ ਦਾ ਮੁੰਡਾ ਮਾਰਤਾ ਹੈ ਇੱਕ ਛੋਟੀ ਜੀ ਗੱਲ ਤੋਂ, ਦੱਸ। ਸਰ ਮੈਂ ਤੁਹਾਨੂੰ ਕਹਿ ਰਿਹਾ ਜੋ ਹੋਏਗਾ ਅੱਲਾ ਬਿਹਤਰ ਜਾਣਦਾ। ਲੇਕਿਨ ਤੂੰ ਚਾਹਨਾ ਕਿ ਉਹ ਤੈਨੂੰ ਮਾਫ ਕਰ ਦੇਣ ਅੱਲਾ ਦੀ ਰਜ਼ਾ ਦੀ ਖਾਤਰ, ਤੂੰ ਖੁਸ਼ੀ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰੇ। ਬੰਦਾ ਕਤਲ ਕਰਨ ਤੋਂ ਬਾਅਦ ਖੁਸ਼ੀ ਨਾਲ ਜ਼ਿੰਦਗੀ ਗੁਜ਼ਰ ਜਾਏਗੀ? ਨਹੀਂ ਸਰ। ਹੈ ਹੁਣ ਬੜੀ ਮੁਸ਼ਕਲਾਤ ਹੋ ਰਹੀ ਹੈ ਕਿ ਅੱਗੇ ਜਾ ਕੇ ਪਤਾ ਨਹੀਂ ਕੀ ਹੋਏਗਾ। ਹਾਂ, ਇਹ ਤੇ ਦਿਲ ਲੱਗਾ ਹੋਏਗਾ ਨਾ, ਥਾਣੇ ਹੈਗਾ, ਜੇਲ੍ਹ ਚਲਾ ਜਾਏਗਾ ਉਸ ਤੋਂ ਬਾਅਦ। ਇਹ ਤੇ ਘਰ ਵਾਲੇ ਵੀ ਮਿਲਣ ਆਉਂਦੇ ਹੋਣੇ ਇੱਥੇ, ਹੈ ਆਂਦੇ? ਰੋਟੀ ਵੀ ਦਿੰਦੇ ਲਿਆ ਕੇ? ਤੇ ਫਿਰ ਅੱਗੇ ਜੇਲ੍ਹ ਚ ਵੀ ਆਏਗੀ ਰੋਟੀ? ਨਹੀਂ ਸਰ। ਉੱਥੇ ਵੀ ਆਂਦੀ ਹੈ ਰੋਟੀ? ਤੇ ਸਰ ਸ਼ਰਮਿੰਦਗੀ ਹੁੰਦੀ ਹੈ ਨਾ, ਕੋਈ ਹੁੰਦੀ ਹੈ ਸ਼ਰਮਿੰਦਗੀ? ਬਹੁਤ ਵੱਡਾ ਗੁਨਾਹ ਹੋਇਆ ਮੇਰੇ ਕੋਲੋਂ। ਤੇ ਫਿਰ ਦਿਲ ਵੱਡਾ ਕਰਕੇ ਇਹ ਵੀ ਕਹਿਣਾ ਕਿ ਸਜ਼ਾ ਵੀ ਮਿਲਣੀ ਚਾਹੀਦੀ ਹੈ ਮੈਨੂੰ? ਸਜ਼ਾ ਤੇ ਸਰ ਹੁਣ ਜੋ ਜੱਜ ਸਾਹਿਬ ਸੁਣਾਣਗੇ। ਨਹੀਂ, ਜੱਜ ਸਾਹਿਬ ਦੇ ਉੱਤੇ ਪਾਈ ਜਾਂਦਾ, ਤੂੰ ਆਪ ਨਹੀਂ ਕੁਝ ਸੋਚਦਾ ਆਪਣੇ ਆਪ ਬਾਰੇ ਚ ਕਿ ਤੈਨੂੰ ਸਜ਼ਾ ਹੋਣੀ ਚਾਹੀਦੀ? ਜੀ ਸਰ। ਹੈ ਦੱਸ, ਹੋਰ ਲੋਕਾਂ ਨੂੰ ਦੱਸੋ ਜਿਹੜੇ ਇੰਜ ਕਤਲ ਕੁਤਲ ਕਰ ਦਿੰਦੇ। ਹੁਣ ਪਤਾ ਨਹੀਂ ਕਿੰਨੀਆਂ ਗਾਲਾਂ ਸੁਣਨੀਆਂ ਪੈਣੀਆਂ ਅੱਗੇ। ਗੱਲ ਦੀ ਵਜ੍ਹਾ ਤੋਂ ਕਤਲ ਕੀਤਾ ਹੀ ਨਾ, ਜੇਲ੍ਹ ਦੇ ਵਿੱਚ ਪਤਾ ਨਹੀਂ ਕੌਣ ਕੌਣ ਗਾਲਾਂ ਕੱਢੇਗਾ, ਇੱਥੇ ਪਤਾ ਨਹੀਂ ਤੇਰੇ ਨਾਲ ਕੀ ਵਰਤਾਅ ਹੋਏਗਾ। ਅਗਰ ਵੈਸੇ ਅੱਗੇ ਕਿੰਨੀ ਉਹਨਾਂ ਦਾ ਗੁੱਸਾ ਨਹੀਂ ਹੁੰਦਾ। ਅੱਛਾ, ਦਰਵਾਜ਼ੇ ਤੇ ਆਣ ਕੇ ਕੋਲ ਅਗਰ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਉਹਦੀ ਜਗ੍ਹਾ ਤੇ ਅਗਰ ਮੈਂ ਹੁੰਦਾ ਤੇ ਉਹ ਕੀ ਕਰਦਾ? ਮੈਂ ਤੁਹਾਡੇ ਬੂਹੇ ਅੱਗੇ ਜਾ ਕੇ ਮਕਸਦ ਮੈਂ ਕਿ ਤੁਹਾਨੂੰ ਅੱਲਾ ਮਾਫ ਕਰੇ, ਮੈਂ ਕਹਿਣਾ ਨਹੀਂ ਚਾਹੁੰਦਾ ਕਿ ਤੁਸੀਂ ਸਾਡੇ ਮਕਸਦ ਦੇ ਵੱਡੇ ਹੋ, ਮੈਂ ਤੁਹਾਡੇ ਨਹੀਂ ਕੋਈ ਗੱਲ ਨਹੀਂ ਕਿ ਮੈਂ ਤੁਹਾਨੂੰ ਅਗਰ ਗਾਲੀ ਗਲੋਚ ਕਰਾਂ ਬਿਲਕੁਲ ਦਰਵਾਜ਼ੇ ਦੇ ਸਾਹਮਣੇ। ਤੇ ਕਾਫੀ ਤਰੀਕੇ ਹੈ, ਤੈਨੂੰ ਮੈਂ ਕੁੱਟ ਸਕਦਾ ਹਾਂ, ਤੈਨੂੰ ਚਪੇੜਾ ਮਾਰ ਸਕਦਾ ਹਾਂ, ਸਰ ਮੈਂ ਤੈਨੂੰ ਬੰਨ ਕੇ ਪੁਲਿਸ ਦੇ ਹਵਾਲੇ ਕਰ ਸਕਦਾ ਹਾਂ। ਪਿਸਤੌਲ ਇਸ ਵਾਸਤੇ ਫੜਿਆ ਸੀ ਕਿ ਮੈਂ ਕੋਈ ਬੰਦੇ ਲੈ ਕੇ ਆਏਗਾ, ਮੈਂ ਮਾਰਨ ਦੀ ਕੋਸ਼ਿਸ਼ ਬਿਲਕੁਲ ਨਹੀਂ ਸੀ ਕਿ ਮੇਰੇ ਖੁਦਾ ਦੀ ਕਸਮ ਨਹੀਂ ਸੀ। ਬਸ ਤੁਸੀਂ ਯਕੀਨ ਕਰੋਗੇ, ਅਗਰ ਮੁਸਲਮਾਨ ਹੋ ਤੇ ਯਕੀਨ ਕਰੋ ਮੈਂ ਹੁਣ ਤੇ ਮਾਰਤਾ ਹੀ ਨਾ। ਹੁਣ ਤੇ ਗਲਤੀ ਤੋਂ ਹੁਣ ਤੇ ਮਕਸਦ ਅਹਿਸਾਸ ਹੁੰਦਾ ਤੇ ਅੱਗੇ ਹੁਣ ਪਤਾ ਨਹੀਂ ਕਿੰਨੀਆਂ ਕਿੰਨੀਆਂ ਗਾਲਾਂ ਪੈਣੀਆਂ, ਉਹ ਗਾਲਾਂ ਬਰਦਾਸ਼ਤ ਕਰ ਲੇਗਾ ਕਿ ਹਰ ਗੱਲ ਦੇ ਉੱਤੇ ਕਤਲ ਕਰੇਗਾ? ਨਹੀਂ ਸਰ, ਹੈ ਤੇ ਮਕਸਦ ਹੈ ਕਿ ਗੁਨਾਹ ਦਾ ਅਹਿਸਾਸ ਹੁੰਦਾ। ਹੁਣ ਅੱਜ ਤੋਂ ਬਾਅਦ ਕੋਈ ਵੀ ਐਸਾ ਕੰਮ ਹੋਏਗਾ ਤੇ ਮੈਂ ਮਾਫੀ ਕਰਾਂਗਾ, ਉਹਨੂੰ ਸਲਾਮ ਕਰਾਂਗਾ ਕਿ ਤੂੰ ਹੁਣ ਅਗਲੀ ਜ਼ਿੰਦਗੀ ਤੇਰੀ ਇੱਜ਼ਤ ਦੀ ਹੈ। ਥੋੜਾ ਜਿਹਾ ਮੈਨੂੰ ਦੱਸ ਦੇ, ਫਿਰ ਮੈਸੇਜ ਵੀ ਦੇਣਾ ਹੈ ਕਿਉਂਕਿ ਤੇਰੇ ਕੋ ਕਤਲ ਹੋਇਆ ਹੈ, ਲੋਕਾਂ ਨੂੰ ਵੀ ਦੱਸਣਾ ਤੂੰ। ਇੱਜ਼ਤ ਦੀ ਕੰਧੀ ਹੈ ਹੀ ਹੈ ਕਿ ਧੱਕੇ ਨਾਲ ਹੀ ਗੁਜ਼ਾਰਨੀ, ਮਕਸਦ ਹੈ ਕਿ ਪਲ ਪਲ ਮਰਨਾ ਪਲ ਪਲ ਜੀਣਾ। 10 ਲੋਕਾਂ ਨੂੰ ਗਾਲ ਕੱਢੇ ਤੇ ਉਹਨੂੰ ਕਤਲ ਕਰਨਾ ਚਾਹੀਦਾ? ਕੀ ਕਰਨਾ ਚਾਹੀਦਾ? ਕੋਈ ਤੈਨੂੰ ਸਮਝ ਆਈ ਤੂੰ ਹੈ ਜ਼ਿਕਰ ਕਹਿ ਰਿਹਾ ਕਤਲ ਕਰ ਗਲੋਚ ਕਰੇ ਤੇ ਉਹਨੂੰ ਮਾਫ ਕਰ ਦੋ ਕਿ ਮਕਸਦ ਹੈ ਕਿ ਤੂੰ ਸਹੀ ਕੀਤਾ, ਉਹ ਵੀ ਅੱਲਾ ਨੂੰ ਖੁਦ ਅੱਲਾ ਨੂੰ ਸਜ਼ਾ ਦੇ ਦੇਗਾ। ਅਗਰ ਕੋਈ ਬੁਰਾ ਭਲਾ ਕਹਿੰਦਾ ਉਹਨੂੰ ਅੱਲਾ ਖੁਦ ਸਜ਼ਾ ਦੇ। ਇਹ ਦਿਲੋਂ ਕਹਿ ਰਹੇ ਆ ਕਿ ਮੇਰੀ ਗੱਲਾਂ ਸੁਣ ਕੇ ਕਰ ਰਹੇ ਨਹੀਂ, ਅਗਰ ਮੁਸਲਮਾਨ ਹੋ ਤੇ ਯਕੀਨ ਕਰੋ ਮੈਂ ਵੀ ਮੁਸਲਮਾਨ, ਅੱਲਾ ਦੇ ਹੁਕਮ ਨਾਲ ਦਿਲੋਂ ਕਹਿ ਰਿਹਾ। ਅਹਿਸਾਸ ਬਾਅਦ ਚ ਹੁੰਦਾ ਨਾ ਸਰ, ਜਦੋਂ ਕੋਈ ਵੀ ਮੈਂ ਹੀ ਤੁਸੀਂ ਉਹ ਗਲਤੀ ਹੋ ਜਾਏਗੀ ਨਾ, ਬਾਅਦ ਚ ਅਹਿਸਾਸ ਹੁੰਦਾ ਬਾਅਦ ਉਸ ਟਾਈਮ ਸ਼ੈਤਾਨ ਇੰਨਾ ਕੁ ਦਬਾਅ ਦੇ ਦਿੰਦਾ ਕਿ ਅਹਿਸਾਸ ਖਤਮ ਹੋ ਜਾਂਦਾ ਬੰਦੇ। ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਅੱਜ ਤੱਕ ਯਕੀਨ ਕਰੋ ਕਿ ਮੈਂ ਅੱਜ ਤੱਕ ਵੱਟਾ ਨਹੀਂ ਮਾਰਿਆ ਕਿਸੇ। ਅਗਰ ਤੁਸੀਂ ਯਕੀਨ ਕਰੋ ਪੂਰੇ ਗਾँव 'ਚ ਜਾ ਕੇ ਘਰ ਘਰ 'ਚ ਪੁੱਛੋ, ਬਿਆਨ ਵਾਲੇ ਵੱਟਾ ਨਹੀਂ ਮਾਰਿਆ, ਗੋਲੀ ਮਾਰਤੀ ਉਹ ਤੇ ਸਰ ਫਿਰ ਜਜ਼ਬਾਤ 'ਚ ਬੰਦਾ ਆਣ ਕੇ ਬਹੁਤ ਖੁਸ਼ ਹੋ ਜਾਂਦਾ। ਗਲਤੀ ਦਾ ਅਹਿਸਾਸ ਬਾਅਦ 'ਚ ਹੁੰਦਾ। ਮੈਂ ਤੁਹਾਨੂੰ ਕਹਿ ਰਿਹਾ ਕਿ ਜਦੋਂ ਬੰਦਾ ਕਰ ਲੈਂਦਾ ਨਾ ਇੰਨਾ ਕੰਮ, ਬਾਅਦ 'ਚ ਅਹਿਸਾਸ ਹੁੰਦਾ ਹੁਣ ਪਿੱਛੋਂ ਕੀ ਮੇਰੇ ਬੱਚਿਆਂ ਦਾ ਕੀ ਬਣੇਗਾ। ਪਹਿਲੇ ਵੀ ਲੜਾਈ ਹੋਈ ਹੈ ਤੇ ਨਾ ਕਦੀ ਅਮੀਨ ਨਾਲ? ਪਹਿਲੇ ਨਹੀਂ ਲੜਾਈ ਹੋਈ, ਪਹਿਲੇ ਕਿਸੇ ਨਾਲ ਨਹੀਂ, ਅੱਜ ਤੱਕ ਮੇਰੀ ਲੜਾਈ ਨਹੀਂ ਹੋਈ ਕਿਸੇ ਨਾਲ। ਪਿਸਤੌਲ ਉਂਝ ਹੀ ਲੈ ਕੇ ਰੱਖਿਆ ਸੀ? ਪਿਸਤੌਲ ਵੈਸੇ ਹੀ ਰੱਖਿਆ ਹੋਇਆ ਸੀ, ਮਕਸਦ ਹੈ ਕਿ ਦੁਕਾਨਾਂ ਬਾਹਰ ਸੀ ਨਾ ਸਾਡੀਆਂ, ਭਾਈਆਂ ਨੂੰ ਨਹੀਂ ਮੇਰੇ ਨੂੰ ਪਤਾ। ਦੁਕਾਨਾਂ ਤੇ ਕੀ ਕਰਨਾ ਸੀ ਤੂੰ ਉਸ ਪਿਸਤੌਲ ਨਾਲ?
ਵੈਸੇ ਬਾਰ-ਬਾਰ ਸੀ ਨਾ ਪਿੰਡੋਂ ਬਾਰ-ਬਾਰ ਸਾਡਾ ਘਰ ਅੱਛਾ ਹਿਫਾਜ਼ਤ ਵਾਸਤੇ ਰੱਖਿਆ ਹਿਫਾਜ਼ਤ ਲਾਇਸੈਂਸ ਨਹੀਂ ਸੀ ਬਣਵਾਇਆ ਤੇ ਹੋਰ ਘਰ ਕੋਈ ਪਿਸਤੌਲ ਨਹੀਂ ਕਿਸੇ ਹੋਰ ਕੋ ਕਿਸੇ ਕੋਲ ਵੀ ਨਹੀਂ ਹੈ ਲਾਇਸੈਂਸ ਨਾ ਲਾਇਸੈਂਸੀ ਨਾ ਬਗੈਰ ਲਾਇਸੈਂਸ ਤੂੰ ਰੱਖਿਆ ਅੱਛੀ ਸੀ ਕਰ ਸਕਦੇ ਤੇ 9 ਗੋਲੀਆਂ ਵੀ ਸੰਭਾਲੀਆਂ ਸੀ ਹਾਂਜੀ ਜਿਹਦੇ ਵਿੱਚੋਂ 2 ਚਲਾਤੀਆਂ ਹਾਂਜੀ। 7 ਰਹਿ ਗਈਆਂ ਹਾਂਜੀ ਫਿਰ ਹੈ ਬਸ ਇੱਥੇ ਆ ਗਿਆ ਮੈਂ ਪੇਸ਼ ਹੋ ਗਿਆ ਹੁਣ ਸ਼ਰਮਿੰਦਗੀ एहसास होता है सर शर्मिंदा भी है कुछ कबल पहले जो अमीन है इसने अपने घर में जानवर पाले हुए थे अच्छा तो जो उनमें से एक जानवर जो इसे ईद के लिए रमज़ान को पसंद आ गया और जिसका इनके आपस में वादा हो गया कि ये जानवर मैं लूँगा और ईद के यानी कि चांद की 5-10 तारीख को एक चांद निकल यानी कि ईद से 5-10 दिन पहले वो उसे ले जाएगा तो इन दोनों ने आपस में तय किया और कुछ पैसे इन्होंने एडवांस जमा करवा दिए अमीन को रमज़ान जानी लोगों ने तो हुआ ऐसा कि जब अमीन ने को कुछ इनके मुताबिक यही कहना है कि जब अमीन को कुछ ज़्यादा प्रॉफिट मिला 5-1 हज़ार के करीब तो अमीन ने वो जानवर को सेल कर दिया और रमज़ान को ना दिया और जब रमज़ान ने से पूछा भाईजान कि तुमने मुझे जानवर मेरे साथ तुम्हारा तय हुआ था मुझे जानवर दो उसने कहा वो तो मैंने सेल कर दिया तो वो तो नहीं है उसने कहा ऐसा करो कि जो मेरे एडवांस में पेमेंट दी थी वो मुझे वापस कर दो इसने कहा कि यार कुछ वक्त मेरे ईद की वजह से कुछ घर पे मेरे खर्च हो गए तो ईद के बाद मैं दे दूंगा उसके बाद इनका मामला यानी कि वही स्मूथली आगे चले गए ईद जब गुजरी तो फिर दोबारा रमज़ान ने उसे अपना मुतालबा किया कि भाई वो मेरे पैसे बकाया जात है तुम्हारी तरफ वो मुझे वापस करो उस पर उनके आपस में तकरार हुई तकरार बढ़ती हुई वो हाथापाई तक चली गई तो इसी दौरान रमज़ान ने तैश में आके अपने मुबैना तौर पर पिस्टल निकाला और अमीन को फायर मार दिया जिसके ताक ना लाते हुए वो जाँ बाग हो गया तो ये एक्चुअली सारा सिनेरियो है कि एक दोस्त ने दोस्त को 5,000 की खातिर कत्ल कर दिया ये दोनों के घरानों की अगर बात की जाए जो 1,15,000 रुपए का जानवर खरीद रहे हैं वो ठीक है मतलब उनकी प्रॉपर्टीज भी मतलब बता रहा है कि मेरी दुकानें हैं मुलजिम और दूसरी जो मकतूल पार्टी है उनका रहन सहन क्या है किस तरह से गुजर बसर करते हैं क्या सूरत हाल है क्या कहते हैं वो उनसे जो आपकी बात हुई मेरी जब उनके से बात हुई देखा जाए तो वो भी फैमिली नॉर्मल फैमिली है कोई सही वो भी ये भी अमीन भी था ये भी इसकी भी जिम्मेदारा करता था साथ में घर में उसने 4 अपना जानवर पाले हुए थे वो जो जिसकी वजह से इसका झगड़ा हुआ दो और ये जो रमज़ान है ये मोटरसाइकिल का काम करता था इसकी वर्कशॉप वगैरह उसके गांव के बाहर ही और एक ही गांव में रहते हैं तो ज़्यादा दूर इनका फासला नहीं था तो देखा जाए ओवरऑल फैमिली जो नॉर्मल फैमिली है तो पैसे की खातिर उसने अपने दोस्त को कत्ल कर दिया पैसे की खातिर ये सारा वाकया हुआ है लेकिन अब जो केस है वो परसू कर रही है फैमिली क्या उधर थ्रेड्स है क्या आपकी बात हुई उस फैमिली के साथ वो बताएं जरा जी बिल्कुल आज मुझे बात क्योंकि फैमिली हमें कह रही है कि वो यहाँ पे मौजूद नहीं है मिल नहीं सकते तो उनसे जो बात हुई है वो बताएं आप बिल्कुल ऐसे ही आज मेरी जब उनसे बात हुई तो उनका यही कहना था कि हम आपसे नहीं मिल सकते हम लोग की प्राइवेट प्लेस पे जाके शिफ्ट हुए हैं क्या हमें कुछ थ्रेड है कि मकतूल के घर वाले प्राइवेट प्लेस पे चले गए जी बिल्कुल ऐसे ही है क्यों अंधा कानून है यहाँ पे नहीं बस कानून अंधा नहीं है लेकिन उनका ऑब्वियसली एक उनका भाई चला गया है और खदशा है कि अगर वो सफाई नहीं करते तो उन्हें भी इसी तरह मार दिया जाएगा वो प्रेशराइज किया जा रहा है कि तुम लोग सुलह सफाई करो अगर नहीं करोगे तो हम तुम्हें जान से मार देंगे तो मुलजिम की फैमिली कोई क्रिमिनल बैकग्राउंड है इनका मुस्लिम की फैमिली का तो बैकग्राउंड इतना क्रिमिनल नहीं है वो भी मैंने जब उनसे अहले इलाका से बात की तो उनका भी यही कहना था कि ये लोग भी एक नॉर्मल हैं कभी इनका भी लड़ाई झगड़ा का वाक़या नहीं हुआ कि ये पहला ही एक लड़का है जिसने इस तरह की अफसोसनाक हरकत की है जिसकी जितनी मजम्मत की जाए वो कम थोड़ी है लेकिन जिस मेरी बात हुई तो मुद्दइयों से तो उनका यही कहना था कि हमें जान का ख़तरा है हम लोग शाम के बाहर घर से बाहर नहीं निकलते और वो एक ऐसी प्लेस पे गए हैं जिसका हम आपको बता नहीं सकते तो जब तक ये मामला हमारा सॉर्टेड नहीं होता क्योंकि इसके रमज़ान के 2 भाई हैं जिन्होंने इंटरम बेल ली हुई है और वो भी इसके साथ शामिल थे जब नामजद थे और इन्होंने भी इसको कि इस तीनों भाइयों ने मिलकर इसका कत्ल किया था अच्छा
वो भी मुलव्विस है, वो भी मुलव्वस है। उन्होंने इंटरम करवा रखी। इंटरम करवा रखी हो, कहते जब तक उन दोनों भाइयों की गिरफ्तारी नहीं होती उस वक्त तक हम लोग अपने आप को रूपोस्ट किया हुआ है और सेफ जगह पर पहुंचे हुए हैं। तो अभी तक उनकी इंटरम चल रही है, खारिज नहीं हुई? नहीं, अभी इंटरम उनकी चल रही है, अभी खारिज नहीं हुई। तो जैसे ही अभी ओबियसली पीछे मुहर्रम था, मुहर्रम की वजह से छुट्टियाँ रही हैं, दोबारा से कोर्ट के जो प्रोसीजर शुरू हो चुकी है, तो उम्मीद है कि इंशाअल्लाह और जल्द से वो मुलजिम को पुलिस के DPO कसूर से मेरी बात हुई थी, तो उनका यही कहना था कि हम जो मुलजमान हैं इनकी इंटरम बेल उनको कैंसिल करवाएंगे और इन्हें गिरफ्तारी करके और इन्हें भी कैफे किरदार तक जरूर पहुँचाया जाएगा। जी बिल्कुल, कैफे किरदार तक पहुँचाया जाएगा। हमने कहानी जानने की कोशिश की जो जहाँ से कसूर से हमारे सहाफ़ी दोस्त हैं शिरोज़, उन्होंने बताया कि किस तरह ये कत्ल की वारदात हुई और अब किस तरह से मकतूल के अहले खाना का कहना है कि उन्हें जान का ख़तरा है और वो इसी वजह से अपना इलाका छोड़ने पर भी मजबूर हो गए हैं। दूसरी तरफ तमाम तफसीलात जानते हैं और मज़ीद इस बारे में आपको आगाह करते हैं। अमीन के कत्ल की असल कहानी है क्या, पुलिस ने तहकीकात का आगाज किस तरह से किया, ये तमाम तफसीलात जानने के लिए रुख करते हैं SHO राजा जंग सैयद सकलैन बुखारी की जानिब और उन्हीं की जुबानी जानते हैं इस घनौनी कत्ल की वारदात। बुखारी साहब, वक्त दिया आपने, ये क्या पहले तो वाक़े के बारे में बताएं, आपको किस तरह इतला मिली, किस तरह से रिस्पॉन्ड किया, क्या ये वाक़या? हमें 1 इतला मिली कि मर्डर हो गया है। फौरी तौर पर हम मौके पे पहुंचे, वाकई मर्डर हुआ पड़ा था। हमने अब पंजाब फोरेंसिक लैब की जो गाड़ी थी लाहौर से वो मंगवा ली, क्राइम सीन की गाड़ी कसूर से मंगवा ली ताकि हम तमाम क्लूज वहाँ से इकट्ठे कर सकें। ठीक है। वहाँ से हमने वो ब्लड सैम्पलिंग इकट्ठी की, वहाँ से सॉइल इकट्ठी की, इवन वहाँ पे 3-4 बाल हमें पड़े मिले, हमने वो तक उठा लिए ताकि DNA मैच किया जा सके चीज़ों का। फिर वहाँ पे हमने अपनी टेक्निकल टीम मंगवा ली जिन्होंने जियो फेंसिंग वहाँ पे की ताकि कोई भी मुलज़म जो है वो कानून के शिकंजे से बच ना सके। टेक्नोलॉजी का आपने भरपूर वहाँ पे भरपूर जी, हम ये चाह रहे थे कि जो मुलज़म है वो मुलज़म चाहे कत्ल करने वाला हो, चाहे उसको वर्गलाने वाला हो, उकसाने वाला हो या मशवरे करने वाला, कोई बंदा भी जो है वो बच ना सके। जो इसमें मुलव्वस, जो इसमें मुलव्वस हैं, जो गुनहगार हैं इंशाल्लाह वो गुनहगार होंगे, जो बेगुनाह है वो बेगुनाह होंगे, लेकिन कोई बंदा बच नहीं सकेगा, गुनहगार होता होगा वो बच नहीं सकेगा। सही है। जब हम वहाँ पे गए तो देखा उसको 2 बुलेट्स लगी हुई थी, 4 उसकी इंजरीज थी, जो कि 2 एंट्री थी 2 एग्जिट थी और सर पे 1 चोट थी। और वहाँ पे CCTV कैमरास भी लगे हुए थे, वो CCTV फुटेज भी हमने वहाँ से हासिल की, उसको भी एनालाइज किया, एनालाइज करके तो फिर हम सारे बैकग्राउंड में पहुँच गए कि असल इशू क्या था। असल इशू उनका था, एक बछड़ा था, इन्होंने 1,10,000 में जो कातिल है वो मकतूल से खरीदता है, उसका 5,000 रुपये टोकन कर देता है। अब जो मकतूल है वो इसको नहीं देता, किसी और को सेल कर देता है। ठीक है। इसको इस बात का बड़ा रंज हुआ कि बात मुझसे तय हुई थी, बेच इसने किसी और को दी, मुलज़िम को राजी था। मुलज़िम ने इससे कहा चलो मेरे 5,000 तो दो। ये गरीब आदमी था, इसके पास तब मैनेज नहीं हो सका, इसने कहा मैं आपको 2-3 दिन के बाद देता हूँ। मकतूल गरीब आदमी था? मकतूल। अच्छा। 2-3 दिन के बाद फिर उसने पूछा, फिर मैनेज नहीं हो सका। इसी बात पे उसने तैश में आके इसको मारता हुआ, घसीटता हुआ अपने दुकान के सामने ले आया, वहीं पे उसने शूट कर दिया इसको। दुकान के सामने? दुकान के सामने। ये घर के बाहर कत्ल की वारदात नहीं हुई उसके? ये उसके घर के साथ ही मुल्क है, सारी दुकानें ये मुलजिम की। हाँ जी। अच्छा, किस तरह से इस वाक़े में क्या कौन मुलव्वस है, किस तरह से ये कत्ल की बात, आपकी इन्वेस्टिगेशन क्या कहती है? हमारी इन्वेस्टिगेशन में जो इब्तदाई तौर पे तो ये मुलव्वस है, जो 2 बंदे मजीद इन्होंने नामजद किए हुए हैं, वो ज़ुबैर और मुख्तार वगैरह। हाँ जी। हम उनको जो शामिल तफ्तीश किया हुआ है, चेक कर रहे हैं। हम ये चाह रहे हैं कि 302 का इशू है, इसमें कोई बेगुनाह वो कैद ना हो और कोई जो गुनहगार है वो छूटे ना। तो इसलिए
तमाम टेक्निकल जितने भी हमारे पास एविडेंसेस हैं, मटेरियल एविडेंसेस हैं, हमारे इंसिडेंटल एविडेंसेस हैं, वाक़याती शहादतें इकट्ठी कर रही हैं, मादी शहादतें भी इकट्ठी कर रहे हैं। हमें जैसे ही कोई इनके मतलब कोई मज़ीद क्लू मिलेगा जिससे पता चलेगा कि ये चाहे 109 की हद तक ही हैं, चाहे कुसाने की हद तक भी हैं, जिस हद तक भी इंशाल्लाह ज़रूर पनिश होंगे। तो ऐनी शाहिदीन भी होते हैं, वैसे भी जब पुलिस इन्वेस्टिगेट करती है, चाहे वो कुआं पर जाती है, तो लोगों से भी मालूमात लेती है। लोग उस वक्त क्या बता रहे थे, उनका क्या कहना था कि किस तरह से ये सारी वारदात हुई? वो बता रहे थे लोग, चूंकि उस दिन जुमे का दिन था, दुकानें सारी बंद थी, तो जो मार्केट के लोग थे वो तो थे नहीं वहाँ पे। लेकिन जब फायर की आवाज़ सुनी है तो आप सीसीटीवी फुटेज में देख सकते हैं कि 6-7 लोग वहाँ से भागते हुए आ रहे हैं। अच्छा। वो देखते हैं जब इसको फायर लगा तो फायर देख के वो फिर वापस भागते हैं। सीसीटीवी फुटेज है इसकी? सीसीटीवी फुटेज है कत्ल होते हुए की, जिसमें ये गिरता है नीचे, एक साइड इसकी गिरते की आती है। अच्छा। जब ये गिरता है एक फायर लगने के बाद, उसके बाद ये कातिल पीछे हटता है, तब ये पूरा सीसीटीवी फुटेज में आता है, ये दोबारा बुलेट मारता है, फिर गोली मारता है। अच्छा। यानी कि आप ये देखिए उसने बड़ी मजलूमियत की मौत, ये बच्चा मरा। इतना सफाक कातिल है, मतलब उसे एक गोली मारने के बाद फिर ऊपर खड़ा होकर उसे सफाक और बड़ा जो है ना कंपोज, मेंटली तौर पे बड़ा कंपोज्ड है ये। पहले भी ये कोई वारदातों में मुलविस है, जराइम पेश है, कोई सीआरओ रिकॉर्ड आपने कोई नहीं, इसके कोई ऐसा इसका रिकॉर्ड नहीं है, लेकिन चूंकि ये इसका ज्यादा आना जाना कराची है, इसका बिजनेस भी कराची है, इसके भाई भी कराची हैं। किस चीज का बिजनेस? वहाँ पे ये चिकन का काम करते हैं कराची में। मोटरसाइकिल मैकेनिक नहीं है? मोटरसाइकिल मैकेनिक इधर की मोटरसाइकिल की भी शॉप है, लेकिन असल इनका काम चिकन सेल का है उधर कराची में। अच्छा। तो वहाँ पे भी ये है कि सुनने में आया कि एमक्यूएम के साथ ये रवाबत में है। कोई एफआईआर वगैरह ये वो नहीं, ऐसी कोई क्रिमिनल रिकॉर्ड नहीं है? कोई क्रिमिनल रिकॉर्ड अभी तक तो नहीं मिला। वो आपने चेक करवाया? वो हमने थारोली चेक करवा ली। मजीद इस केस में आप किस तरह से अब इसकी तफ्तीश कर रहे हैं? इसकी गिरफ्तारी तो हो गई, गिरफ्तारी कैसे मुमकिन हुई इसकी लोकेशंस लेके, इसके पीछे चढ़ के, ये तो फरार होने वाले थे ना, ये सारे जितने भी अफराद थे घर फैमिली के, इन्होंने अपनी टिकटें करवा ली थी कराची के लिए, ये फ्लाई करने लगे थे। ठीक है, फिर तो पुलिस ने फिर जब अरेस्ट किया तो फिर सारे की सारी फैमिली फिर स्टॉप हो गई। कहाँ से अरेस्ट किए? ये तैयारी करके तो निकल रहे थे, हमने ये रामथमर और राजन के दरमियान रोड में से वहाँ से जाते हो मुखबर की इत्तला पे। सही। अब इसकी गिरफ्तारी अमल में आ गई है। मजीद अब इसको इन्वेस्टिगेट किस तरह से कर रहे हैं, किस तरह से शहादतें इकट्ठी करके और इसका चालान जो है वो बनाया जाएगा, जमा करवाया जाएगा? हमने पूरा एक जो है ना इसके लिए एक पैनल तैयार किया है। ठीक है। मसलन इसको मैंने भी सुना, हमारे डीएसपी साहब ने भी सुना, पार्टीज को बुला के फिर इसकी एविडेंसेस इकट्ठे किए हमने सब ने मिलके। हमने फोरेंसिक अथॉरिटी को भी ऑन बोर्ड लिया, हमने क्राइम सीन को भी ऑन बोर्ड लिया, हमने जो हमारे सीआरओ की पूरी टीम है जो नेटवर्किंग पे काम करती है उसको भी ऑन बोर्ड लिया। सबको इकट्ठा करके तो फिर हम इसके जो मंतकी नतीजे तक पहुँचेंगे। सही। अब तक क्योंकि आप ऐसे बहुत से केसेस को इन्वेस्टिगेट कर चुके होंगे, आप मौका पर भी गए, चाहे वो कुआं से शवाहिद इकट्ठे किए, मुलजिम भी गिरफ्तार हो गया, उसने अपना इतराफी बयान भी जमा करवा दिया। असल वजह क्या लगती है इस कत्ल की? असल वजह आप इसको ईगो कह सकते हैं। अना है। ईगो की वजह से 5000 तो कोई बॉदर ही नहीं करता। 5000 तो 5000 एक बंदा एक टाइम का खाना खाता है वो 5000। उसने सफाक कातिल ने 5000 की खातिर एक जवान बच्चा जो है वो मौत के घाट उतार दिया। तो ईगो किस सेंस में क्या हुआ? कोई इनका ये साल 1.5 साल से इनकी आपस में काफी दोस्ती थी, जराना अच्छा। था, इकट्ठे खाते पीते थे, और इसको ईगो इसी बात की थी कि ये जो बछड़ा है हमें नहीं दिया, इन्होंने किसी और को दे दिया। बस ये उसके दिमाग में फंस गया उसको। और वो जो मकतूल था वो पैसे देने की कंडीशन में नहीं? वो कंडीशन में नहीं था। कंडीशन में होता तो वो जरूर देता। वो थारोली एक जेंटल फैमिली से तल्लक है उसका। वो उसके भाई बैंक मैनेजर हैं, इसकी फैमिली जो मकतूल की पढ़ी लिखी फैमिली है। ये तो उजट गवार आदमी है। ये मुलजम की और तरह की फैमिली, ये और तरह की, ये तो उजट से बंदे हैं, मिस्त्री और कसाब टाइप के हैं।
तो ये स्ट्रॉन्ग है, कोई प्रॉपर्टी वगैरह भी है, इनका बिजनेस भी है, दुकानें भी हैं? यार 5 भाई हैं, पांचों भाई मिलके काम करते हैं। कोई पोल्ट्री का करता है, कोई बाइक स्पेयर पार्ट्स का करता है, एक ने शायद उधर हार्डवेयर की शॉप बनाई हुई है। तो ये इस लिहाज से तो स्ट्रॉन्ग है। अच्छा सकलैन साहब, एक तो कत्ल हो गया, अब कत्ल होने के बाद अक्सर औकात ये होता है कि प्रेशर डेवलप किया जाता है जो मकतूल है उसकी फैमिली पर। तो यहाँ पे भी यही तासुर नजर आया है, क्योंकि हमारे जो सहाफ़ी हैं शरोज साहब, उन्होंने रब्ता करने की कोशिश की तो मकतूल के लवाकिन का कहना था उन्हें खतरा है जान का। तो उन्हें खतरा है भाई इस तरह? मेरा नहीं ऐसा कोई ख्याल, क्योंकि मैं ऑलमोस्ट डेली उनके साथ रब्ते में होता हूँ, और उन्हें किसी भी किस्म की अगर ऐसी फोर्स की ज़रूरत है, कोई प्रोटेक्शन की ज़रूरत है, तो हम अवेलेबल है 24 आवर्स। ऐसी बात नहीं है। पुलिस तहफ़्फ़ुज़ फराहम करती है मकतूलिन के लवाकिन? क्यों नहीं करती? जैसे पिछले दिनों में हमारे पास वकील साहब मर्डर हो गए थे, आज तक मैंने अपने 2 कांस्टेबल वहाँ पे डिप्यूट किए हुए हैं उसकी फैमिली के लिए, उसके घर के लिए। जहाँ पर आप देखते हैं कि इस तरह के हालात हैं तो वहाँ पर तहफ़्फ़ुज़ फराहम किया जाता है। अच्छा, अब इसका मजीद रिमांड लिया आपने, किस तरह से? जी, ये इसका पहला रिमांड चल रहा है, इस पे मजीद से इंकशाफात करवा रहे हैं। हम ये चाह रहे हैं कि हमें इसके जो साथ जिन्होंने इसको इतना उकसाया है कि ये एक जवान बच्चे को, अपने दोस्त को मारने के लिए, जो इसका नेबर भी है, जिसके साथ इसने बचपन इकट्ठा गुजारा है, उसको मारने के लिए तैयार हो गया। वो कौन से ऐसी कंडीशंस थी, कौन से ऐसे हालात थे, किन बंदों ने एज ए कैटलिस्ट इसमें काम किया कि ये इतना इसको हाइपर हो गया कि इसने गिरे को दोबारा से गोली मार। हो सकता है ये गिरे को दोबारा गोली ना मारता, बच्चा ना मरता हो। अगर वो एक ही गोली लगी होती तो बचाया जा सकता था उसे अस्पताल में मुंतकिल करने के बाद। लेकिन अब सकलैन साहब, जो पिस्टल है इससे बरामद कर लिया आपने? जी, पिस्टल हमने बरामद कर लिया। वो लाइसेंसी था कि नाजायज? वो नाजायज था। नाजायज पिस्टल है। वो उसके पास क्या कर रहा था, वो भी इन्वेस्टिगेट? ये कहता है जी, हम चूंकि हर साल यहाँ पे इज्तिमा होता है, रायविन में इज्तिमा में जाते हैं दुआ के लिए, वहाँ से एक मुझे पठान मिला था, मैंने वो उससे ये परचेज किया। लेकिन अभी हम इसकी बड़ी डीपली और बड़ी माइन्यूटली इसको इंटरोगेट कर रहे हैं। इंशाल्लाह ये भी क्लू सामने आ जाएगा कहाँ से लिया इसने। तो ऐसा भी कोई आपके पास है कि पिस्टल को आप ट्रांजिट करवाएं या इससे पता लग जाए कि और भी वारदातें हैं या कुछ ऐसा ना हुआ हो? जी जी, अपेरेंटली ये तो शोर शाट करवाएंगे ना। ये जब तक हम इसकी फोरेंसिक नहीं करवाएंगे तो ये पूरा चार्ज ही नहीं होगा। इंशाल्लाह इसको पूरा चार्ज करके भेजेंगे। कोई भी ऐसा लकूना, कोई भी ऐसी कमी, कोई कुताही, कोई चीज इसमें हमारी मिसल में, हमारे चलान में नहीं होगी कि जिससे ये सजाए मौत से बच सके। ऐसे करार वाक़या सजा मिलेगी। नाजरीन, हमारे प्रोग्राम्स में कोई ना कोई सबक जरूर दिया जाता है, और आज के वाक़े का ये अहम सबक है कि इंसान की झूठी अना उससे कोई भी कारनामा सरंजाम दिलवा सकती है। जिस तरह से रमजान उर्फ जानी ने अपने ही दोस्त को 5000 रुपए की खातिर और झूठी अना को तस्कीन पहुंचाने के लिए मौत के घाट उतार दिया। इससे सजा देने का फैसला तो अदालत करेगी। अपने इर्द गिर्द होने वाले जुर्म को फौरी 15 पर रिपोर्ट कीजिए। अपने मेजबान सलमान कुरैशी को इजाजत दीजिए। अल्लाह के बाद।